ਸਿੰਘਾਂ ਦੇ ਸਿਰਮੌਰ ਨੇ, ਸ਼੍ਰੋਮਣੀ ਨੇ। ਜਿੰਨੇ ਵੀ ਸਿੰਘ ਸਾਜਦੇ ਹਨ ਖਾਲਸੇ ਪੰਥ ਦੇ ਵਿੱਚ ਸ਼ਾਮਿਲ ਹੁੰਦੇ ਨੇ, ਤੇ ਸਾਰਿਆਂ ਦੇ ਸਿਰਮੌਰ ਭਾਈ ਦਇਆ ਸਿੰਘ ਜੀ ਨੇ। ਆਖੋ ਸਤਨਾਮ। ਭਾਈ ਦਇਆ ਸਿੰਘ ਜੀ ਨੇ ਸਿਰਮੌਰ ਸਾਰੇ ਸਿੰਘਾਂ ਦੇ ਵਿੱਚ। ਤੇ ਉਸ ਵੇਲੇ ਹਿਰਦੇ ਦੇ ਵਿੱਚ ਵਿਚਾਰ ਕੀਤੀ ਭਾਈ ਦਇਆ ਸਿੰਘ ਨੇ। ਕਹਿਣ ਲੱਗਿਆ ਇਹ ਸਰੀਰ ਕਦੋਂ ਤੱਕ ਹੈ? ਸੰਸਾਰ ਦੇ ਅੰਦਰ ਸਦਾ ਵਾਸਤੇ ਤਾਂ ਨਹੀਂ ਜੀਣਾ, ਤੇ ਇਹਦੇ ਸਦਾ ਰਹਿਣ ਵਾਲਾ ਵੀ ਨਹੀਂ। ਕਹਿਣ ਲੱਗਿਆ ਵੀ ਐਸਾ ਸਮਾਂ ਮੁੜ ਕੇ ਪਤਾ ਨਹੀਂ ਮਿਲਣਾ, ਪਤਾ ਨਹੀਂ। ਇਹ ਸਮਾਂ ਬਾਰ-ਬਾਰ ਥੋੜ੍ਹੀ ਮਿਲਣਾ। ਇਹ ਜਿਹੜਾ ਜੀਵਨ ਹੈ ਇਹ ਬਾਰ-ਬਾਰ ਨਹੀਂ ਮਿਲਣਾ। ਇਹ ਤਾਂ ਸੱਚੇ ਪਾਤਸ਼ਾਹ ਜੀ ਦੇ ਲੇਖੇ ਲਾਣਾ ਹੈ। ਤੇ ਕਹਿਣ ਲੱਗੇ ਜੇ ਮੇਰਾ ਸਿਰ ਇਹ ਸਤਿਗੁਰਾਂ ਦੇ ਮੇਰੇ ਦੇ ਲੇਖੇ ਲੱਗ ਜਾਵੇ। ਤੇ ਸਾਧ ਸੰਗਤ ਆਪਾਂ ਵੀ ਮੱਥਾ ਟੇਕਦੇ ਹਾਂ ਨਾ ਗੁਰੂ ਸਾਹਿਬ ਜੀ ਨੂੰ। ਮੱਥਾ ਤਾਂ ਟੇਕਦੇ ਹਾਂ, ਮੱਥਾ ਟੇਕਣ ਦਾ ਇੱਕ ਹੀ ਹੈ ਵੀ ਇਹ ਗੁਰੂ ਸਾਹਿਬ ਜੀ ਦਾ ਸੀਸ ਹੈ। ਸੀਸ ਝੁਕਾਉਣ ਦਾ ਹੀ ਅਰਥ ਹੈ ਵੀ ਇਹ ਗੁਰੂ ਸਾਹਿਬ ਜੀ ਦਾ ਸੀਸ ਹੈ, ਇਹ ਕਿਤੇ ਹੋਰ ਜਾ ਕੇ ਨਾ ਝੁਕੇ। ਤੇ ਇਹ ਤਾਂ ਗੁਰੂ ਸਾਹਿਬ ਦਾ ਹੀ ਸੀਸ ਹੈ। ਤੇ ਫਿਰ ਕਹਿਣ ਲੱਗਿਆ ਵੀ ਇਹ ਤਾਂ ਹੈ ਤਾਂ ਸੱਚੇ ਪਾਤਸ਼ਾਹ ਦਾ ਸੀਸ ਹੈ। ਮੈਂ ਕਿਉਂ ਰੱਖੀ ਬੈਠਿਆ ਆਪਣੇ ਕੋਲ? ਮੈਂ ਕਿਉਂ ਨਹੀਂ ਸੱਚੇ ਪਾਤਸ਼ਾਹ ਦੇ ਪਹਿਲੇ ਬਚਨ 'ਤੇ ਕਿਉਂ ਨਹੀਂ ਉੱਠ ਖੜਿਆ? ਕਿਉਂ ਮਹਾਰਾਜ ਜੀ ਤੋਂ 3 ਬਚਨ ਕਰਾਏ ਨੇ? ਮੇਰੇ ਤੇ ਧਿਰਕਾਰ ਹੈ ਮੇਰਾ ਜੀਣਾ, ਮੈਂ ਇਤਨੀ ਦੇਰ ਲਾ ਦਿੱਤੀ। ਮੈਂ ਸੱਚੇ ਪਾਤਸ਼ਾਹ ਦੇ ਸਾਹਮਣੇ ਕਿਉਂ ਨਹੀਂ ਖੜਾ ਹੋਇਆ? ਕਿਉਂ ਨਹੀਂ ਸੱਚੇ ਪਾਤਸ਼ਾਹ ਦੇ ਸਾਹਮਣੇ ਖੜੇ ਹੋ ਕਰਕੇ ਕਿਉਂ ਨਹੀਂ ਕਿਹਾ? ਤੇ ਸਾਧ ਸੰਗਤ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰ ਕਰਕੇ ਭਾਈ ਦਇਆ ਸਿੰਘ ਜੀ, ਜਿਨ੍ਹਾਂ ਦਾ ਨਾਮ ਭਾਈ ਦਇਆ ਰਾਮ ਜੀ ਹੈ, ਤੇ ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਕਰਕੇ ਛੇਤੀ ਦੇ ਨਾਲ ਖੜਾ ਹੋ ਗਿਆ। ਤੇ ਹੌਸਲਾ ਰੱਖ ਕਰਕੇ ਕਲਗੀਧਰ ਪਾਤਸ਼ਾਹ ਦੇ ਸਨਮੁਖ ਹੋਇਆ। ਤੇ ਮਹਾਰਾਜ ਨੂੰ ਬੇਨਤੀ ਕਰ ਲੱਗਿਆ ਦੋਨੇ ਹੱਥ ਜੋੜ ਕਰਕੇ, ਸੱਚੇ ਪਾਤਸ਼ਾਹ ਜੀ ਕਹਿਣ ਲੱਗਿਆ ਮਹਾਰਾਜ ਮੇਰੇ ਕੋਲ ਭੁੱਲ ਹੋ ਗਈ। ਮੈਂ ਤੁਹਾਡੇ 3 ਬਚਨ ਬਹੁਤ ਦੇਰ ਬਾਅਦ ਉੱਠਿਆ ਹਾਂ। ਮਹਾਰਾਜ ਆ ਜਿਹੜਾ ਸੀਸ ਆ ਨਾ ਇਹ ਆਪ ਜੀ ਦਾ ਹੀ ਹੈ। ਮਹਾਰਾਜ ਇਹ ਸੀਸ ਆਪ ਜੀ ਲੈਣਾ ਕਰੋ। ਤੇ ਕਲਗੀਧਰ ਪਾਤਸ਼ਾਹ ਜੀ ਸੁਣ ਕਰਕੇ ਆਪਣੇ ਸਵਾਇਮਾਨ ਪਲੰਗ ਤੋਂ ਉੱਠੇ। ਤੇ ਮਹਾਰਾਜ ਪੁੱਛਣ ਲੱਗੇ ਭਾਈ ਦਇਆ ਸਿੰਘ, ਦਇਆ ਰਾਮ ਜੀ ਤੇਰੇ ਕੋਈ ਮਨ ਦੇ ਵਿੱਚ ਸ਼ੰਕਾ ਤਾਂ ਨਹੀਂ ਹੈ? ਤੂੰ ਕਿਸ ਤਰ੍ਹਾਂ ਇਹ ਸੀਸ ਦੇਣ ਲੱਗਿਆ ਹੈ? ਤੇ ਸਾਧ ਸੰਗਤ ਮਹਾਰਾਜ ਜੀ ਨੂੰ ਕਹਿਣ ਲੱਗਿਆ ਮਹਾਰਾਜ ਇਹ ਜਿਹੜਾ ਸੀਸ ਹੈ ਨਾ ਹੈ ਤਾਂ ਤੁਹਾਡਾ ਹੀ ਹੈ। ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਮਹਾਰਾਜ ਇਹ ਤਾਂ ਹੈ ਤਾਂ ਤੁਹਾਡਾ ਹੀ ਹੈ, ਪਰ ਮਹਾਰਾਜ ਇਹ ਆਪ ਜੀ ਦਾ ਹੀ ਹੈ ਸੀਸ, ਇਹ ਲੇੜਾ ਕਰੋ। ਤੇ ਸਾਧ ਸੰਗਤ ਇਸ ਤਰ੍ਹਾਂ ਕਹਿ ਕਰਕੇ ਨਾ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲਾਂ ਦੇ ਨਾਲ ਤੇ ਉਹਦੇ ਹੱਥ ਫੜ ਕਰਕੇ ਨਾ ਭਾਈ ਦਇਆ ਤੇ ਤੰਬੂ ਦੇ ਵਿੱਚ ਲਿਜਾ ਕਰਕੇ
ਤੰਬੂ ਦੇ ਅੰਦਰ ਬੜਾ ਸੁੰਦਰ ਫਰਸ਼ ਆਦਿਕ ਡਾਣਾ ਕੀਤਾ ਹੈ। ਕਰਿਓ ਬੈਠ ਕੇ ਮੂੰਹ ਨਾਲ ਖਾਈ। ਤੇ ਫਿਰ ਉੱਥੇ ਬੈਠ ਕਰਕੇ ਨਾ ਤੇ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਦਇਆ ਰਾਮ ਪਰ ਖੜਗ ਚਲਾਇਓ। ਤੇ ਭਾਈ ਦਇਆ ਸਿੰਘ ਜੀ ਦੇ ਸੀਸ ਦੇ ਉੱਤੇ ਜਿਹੜੀ ਸ੍ਰੀ ਸਾਹਿਬ ਆ ਨਾ ਤੇ ਉਹ ਚਲਾਣਾ ਕੀਤੀ ਸੀਸ ਜੁਦਾ ਕਰ ਰਖਤ ਬਹਾਇਓ। ਤੇ ਸੀਸ ਜੁਦਾ ਹੋ ਗਿਆ, ਵੱਖਰਾ ਹੋ ਗਿਆ। ਤੇ ਸਾਧ ਸੰਗਤ ਜਦੋਂ ਵੱਖਰਾ ਹੋਇਆ ਨਾ ਸੀਸ, ਜਿਹੜਾ ਰਗਤ ਹੈ, ਖੂਨ ਹੈ, ਬਹੁਤ ਬਹਿ ਤੁਰਿਆ। ਚਰਨ ਸਰਵਣ ਕਰੇ ਸਭ ਧਨ। ਤੇ ਜਦੋਂ ਆਵਾਜ਼ ਆਈ ਨਾ ਅੰਦਰੋਂ ਤੇ ਉਸ ਵੇਲੇ ਸੁਣ ਕਰਕੇ ਸਾਰਿਆਂ ਨੇ ਦੇਖ ਕਰਕੇ ਖੂਨ ਦੀਆਂ ਧਾਰਾਂ ਨੂੰ ਤੇ ਫਿਰ ਸਾਰੇ ਹੀ ਗੁਰ ਦੇ ਸਿੱਖ ਹੈ ਸਭ ਡਰ ਮਾਨਾ। ਤੇ ਵੇਖ ਕਰਕੇ ਨਾ ਅੱਖਾਂ ਦੇ ਨਾਲ ਤੇ ਮਹਾਰਾਜ ਜੀ ਦਾ ਤੇਜ ਪ੍ਰਤਾਪ ਨੂੰ ਵੇਖ ਕਰਕੇ ਜਦੋਂ ਮਹਾਰਾਜ ਆਏ ਬਾਹਰ ਤੇ ਸਾਰੇ ਵੇਖ ਕਰਕੇ ਡਰ ਪਏ। ਆਪਣੇ ਹਿਰਦਿਆਂ ਦੇ ਵਿੱਚ ਸ਼ਬਦ ਸੁਣਿਓ ਅਜ ਕਾਟਨ ਕੇਰਾ। ਤੇ ਫਿਰ ਜਦੋਂ ਆਪਣੇ ਕੰਨਾਂ ਦੇ ਵਿੱਚੋਂ ਇਹ ਸ਼ਬਦ ਸੁਣਿਆ ਤੰਬੂ ਬਹਿਲ ਰਗਤ ਕੋ ਹੀਰਾ। ਤੇ ਜਦੋਂ ਕੰਨਾਂ ਦੇ ਵਿੱਚੋਂ ਸ਼ਬਦ ਸੁਣ ਕਰਕੇ ਨਾ ਸਾਰੇ ਮਨਾਂ ਦੇ ਵਿੱਚ ਦੇਖ ਕਰਕੇ ਉਹ ਖੂਨ ਜਿਹੜਾ ਤੰਬੂ ਤੇ ਬਾਹਰ ਜਾ ਰਿਹਾ ਹੈ। ਦੋਨੋਂ ਵੱਡੇ ਪਰਜ ਕਰ ਜਾਣਾ। ਤੇ ਫਿਰ ਇਸ ਤਰ੍ਹਾਂ ਦੋਨੇ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਜਾਣ ਕਰਕੇ ਸੰਘਾਰੋ ਸਿੱਖ ਚਰ ਅਚਰਜ ਠਾਨਾ। ਸਾਰੇ ਬੜੇ ਹੈਰਾਨ ਹੋਏ। ਭਾਈ ਦਇਆ ਸਿੰਘ ਦਾ ਸੀਸ ਵੱਖ ਕਰ ਦਿੱਤਾ। ਵੇਖ ਕਰਕੇ ਸਾਰੇ ਬੜੇ ਹੈਰਾਨ ਹੁੰਦੇ ਨੇ। ਬਦਨ ਪੀਤ ਸਭ ਧੀਰਜ ਹਾਲੋ। ਸਾਰਿਆਂ ਦੇ ਹੌਸਲਾ ਜਿਹੜਾ ਧੀਰਜ ਆ ਨਾ ਉਹ ਢਹਿ ਪਿਆ ਤੇ ਸਾਰੇ ਹਿਲ ਗਏ। ਤੇ ਉਸ ਵੇਲੇ ਜਿਹੜੇ ਮੁਖ ਨੇ ਨਾ, ਮੁਖ ਕਾਇਰਾਂ ਦੇ ਵੇਖ ਕਰਕੇ ਉਹਨਾਂ ਦੇ ਸਾਰਿਆਂ ਦੇ ਪੀੜੇ ਪੈ ਗਏ। ਗੁਰੂ ਕੇ ਚਲਤ ਸੰਭਾਲੇ। ਕਹਿੰਦੇ ਵੀ ਹੁਣ ਕੌਣ ਹੈ ਜਿਹੜਾ ਗੁਰੂ ਕੋਲੋਂ ਗੁਰੂ ਨੂੰ ਸੰਭਾਲੇ। ਹਰ ਹਰ ਕੰਪੇ ਅਹ ਰਹੇ ਉਰ ਮਹਿ। ਤੇ ਸਾਧ ਸੰਗਤ ਸਾਰੇ ਡਰ ਪਏ, ਹਿਰਦਿਆਂ ਦੇ ਵਿੱਚ ਸਾਰੇ ਕੰਬਣ ਲੱਗ ਪਏ। ਅਨਕ ਕਲਪਨਾ ਕਲਪਤ ਗੁਰ ਮਹਿ। ਤੇ ਸਾਧ ਸੰਗਤ ਗੁਰ ਦੇ ਉੱਤੇ ਬੜੇ ਤਰ੍ਹਾਂ ਦੇ ਸ਼ੰਕੇ, ਬੜੀ ਤਰ੍ਹਾਂ ਦੀ ਕਲਪਨਾ ਤੇ ਕਰਨ ਲੱਗ ਪਏ। ਦੋਹਰਾ ਦਇਆ ਸਿੰਘ ਕੋ ਧਰ ਦੇ। ਤੇ ਸਾਧ ਸੰਗਤ ਭਾਈ ਦਇਆ ਰਾਮ ਜੀ ਨੇ ਜਦੋਂ ਸੀਸ ਦਿੱਤਾ ਤੰਬੂ ਵਿਖੇ ਬਿਠਾਏ। ਤੇ ਤੰਬੂ ਦੇ ਅੰਦਰ ਲਿਜਾ ਕਰਕੇ ਕਲਗੀ ਧਾਰਮਿਕ ਸੇ ਰਹਿ। ਜਦੋਂ ਸੱਚੇ ਪਾਤਸ਼ਾਹ ਜੀ ਨੇ ਨਾ ਸੀਸ ਵੱਖ ਕਰ ਦਿੱਤਾ ਤੇ ਮਹਾਰਾਜ ਜੀ ਜਦੋਂ ਤੰਬੂ ਤੋਂ ਬਾਹਰ ਨਿਕਲੇ ਵਿੱਚ ਜਤ ਬਦਨ ਦਿਖਾਏ। ਤੇ ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਬਹੁਤ ਵੀਰ ਰਸ, ਬੜਾ ਤੇਜ ਪ੍ਰਤਾਪ, ਲਾਲੀ ਬੱਤ ਮਹਾਰਾਜ ਜੀ ਦਾ ਚਿਹਰਾ ਹੈ। ਸ਼੍ਰੋਣ ਤਪੀਓ ਪਾਨ ਕਿਰਪਾਨਾ। ਤੇ ਮਹਾਰਾਜ ਜੀ ਦੇ ਹੱਥ ਦੇ ਵਿੱਚ ਸ੍ਰੀ ਸਾਹਿਬ ਹੈ, ਜਿਹੜੀ ਖੂਨ ਦੇ ਨਾਲ ਤੇ ਸਾਧ ਸੰਗਤ ਜੀ ਸ੍ਰੀ ਸਾਹਿਬ ਨੂੰ ਖੂਨ ਲੱਗਿਆ ਹੋਇਆ ਹੈ। ਲਖਿਓ ਗੁਰ ਹਤੀ ਕਿਰਪਾਨਾ। ਜਦੋਂ ਰਾਗਤ ਵੇਖ ਕਰਕੇ ਨਾ ਤੇ ਜਿਹੜੇ ਸ੍ਰੀ ਸਾਹਿਬ ਨੂੰ ਵੇਖ ਕਰਕੇ ਤੇ ਫਿਰ ਬਹੁਤ ਜ਼ਿਆਦਾ ਆਪਣੇ ਮਨ ਦੇ ਅੰਦਰ ਕਿਸੇ ਰੀਤ ਪੁਨ ਫਿਰੇ ਪ੍ਰੇਮ ਕਾ। ਤੇ ਮਹਾਰਾਜ ਜੀ ਨਰਨ ਲਖਿਓ ਤੇ ਗੁਰੂ ਸਾਹਿਬ ਦੀ ਇਸ ਤਰ੍ਹਾਂ ਅਪਚਕ ਹੋ ਗਿਆ ਤੇ ਸਾਸ ਦੁਆਰਾ ਪੜ ਨਰਨ ਨਰਨ ਲਖਿਓ ਗੁਰ ਹਤੀ ਕਿਰਪਾਨਾ। ਤੇ ਜਿੰਨੇ ਵੀ ਬੈਠੇ ਸਨ ਸਾਰੇ ਸੰਗਤ ਦੇ ਅੰਦਰ ਤੇ ਫਿਰ ਉਹਨਾਂ ਨੇ ਵੇਖ ਕਰਕੇ ਸ੍ਰੀ ਸਾਹਿਬ ਜੀ ਨੂੰ ਜਾਣਿਆ ਵੀ ਸੀਸ ਵੱਖ ਕਰ ਦਿੱਤਾ ਤੇ ਮਹਾਰਾਜ ਜੀ ਸ੍ਰੀ ਸਾਹਿਬ ਦੇ ਨਾਲ ਰਬਤ ਲੱਗਿਆ ਹੋਇਆ ਹੈ ਤੇ ਵੇਖ ਕਰਕੇ ਤੇ ਮਹਾਰਾਜ ਜੀ ਇਸ ਤਰ੍ਹਾਂ ਪਹਿਲਾਂ ਪਲੰਘੇ ਤੇ ਬੈਠੇ ਸਨ, ਉਸ ਤਰ੍ਹਾਂ ਮਹਾਰਾਜ ਜੀ ਆ ਕਰਕੇ
ਪਲੰਗੇ ਦੇ ਉੱਤੇ ਬੈਠ ਗਏ ਏਟ ਸਗਰੇ ਭਏ ਸਸੰਕਾ ਤੇ ਵੇਖ ਕਰਕੇ ਸਹਿਤ ਸ਼ੰਕਾ ਦੇ ਹੋ ਗਏ। ਧੁਨ ਉੱਚੀ ਗੁਣ ਗੁਰੂ ਵਿਚਾਰਾ ਫਿਰ ਦੂਜੀ ਸੀਸ ਲੈਣ ਵਾਸਤੇ ਮਹਾਰਾਜ ਜੀ ਖੜੇ ਹੋ ਕਰਕੇ ਵੀਰ ਰਸ ਦੇ ਵਿੱਚ ਆ ਕਰਕੇ ਉੱਚੀ ਧੁੰਦ ਦੇ ਵਿੱਚ ਫਿਰ ਕਹਿਣ ਲੱਗੇ, ਆਉ ਦੇ ਸਿਰ ਕੋ ਸਿੱਖ ਪਿਆਰਾ ਸਾਨੂੰ ਹੋਰ ਸੀਸ ਦੀ ਲੋੜ ਹੈ। ਕੋਈ ਹੈ ਗੁਰਸਿੱਖ ਪਿਆਰਾ ਜਿਹੜਾ ਸਾਨੂੰ ਸੀਸ ਦਵੇ। ਕਾਰਜ ਕਰਿਓ ਆਨ ਕਰ ਮੇਰਾ ਮੇਰਾ ਇੱਕ ਕਾਰਜ ਹੈ ਬਹੁਤ ਵੱਡਾ ਸਿਰ ਦੀਨੇ ਬਿਨ ਹੋਏਗਾ ਹੇਰਾ ਤੇ ਉਹ ਸੀਸ ਤੋਂ ਬਿਨਾ ਉਹ ਕਾਰਜ ਮੇਰਾ ਪੂਰਾ ਨਹੀਂ ਹੋਵੇਗਾ। ਸੁਣ ਬਿਕ ਸਰਬ ਰਹੇ ਵਿਸਮਾਈ ਤੇ ਸੁਣ ਕਰਕੇ ਨਾ ਸਾਰੇ ਹੀ ਬੜੇ ਹੈਰਾਨ ਹੋ ਗਏ ਵੀ ਮਹਾਰਾਜ ਜੀ ਨੇ ਹੁਣ ਦੂਜੇ ਸੀਸ ਦੀ ਮੰਗ ਕਰ ਲਈ। ਤੇ ਵੇਖ ਕਰਕੇ ਬੜੇ ਹੈਰਾਨ ਹੁੰਦੇ ਨੇ। ਬੈਠੇ ਤੂਸਨ ਗਰੀਬ ਨਵਾਈ ਤੇ ਸਾਰੇ ਮਹਾਰਾਜ ਜੀ ਖੜੇ ਨੇ ਸਾਹਮਣੇ, ਸੰਗਤਾਂ ਬੈਠੀਆਂ ਨੇ। ਜਦੋਂ ਦੂਜੇ ਸੀਸ ਦੀ ਮੰਗ ਕੀਤੀ ਤੇ ਸਾਰੇ ਸੁਣ ਕਰਕੇ ਆਪਣੀ ਗਰਦਨਾਂ ਥੱਲੇ ਨੂੰ ਕਰਕੇ ਬੈਠ ਗਏ। ਪੂਰਬ ਤਾਉ ਸਭਰਮ ਕਛ ਅਹੇ ਤੇ ਇਸ ਤਰ੍ਹਾਂ ਤੇ ਸਾਰੇ ਜਿਸ ਤਰ੍ਹਾਂ ਪਹਿਲਾਂ ਭਰਮ ਦੇ ਵਿੱਚ ਪਏ ਹੋਏ ਸਨ ਨਾ ਤੇ ਉਸ ਤਰ੍ਹਾਂ ਹੀ ਪੈ ਗਏ। ਅਬ ਤਾਉ ਨਿਸ਼ਚੈ ਪਤਨਾ ਰਹੇ ਕਹਿਣ ਲੱਗੇ ਵੀ ਪਹਿਲਾਂ ਤਾਂ ਸੋਚਿਆ ਸੀ ਵੀ ਸ਼ਾਇਦ ਵੇਸੀ ਮਹਾਰਾਜ ਸੀਸ ਮੰਗਦੇ ਨੇ, ਲੈਣਾ ਨਹੀਂ ਹੈ, ਪਰ ਹੁਣ ਦਇਆ ਰਾਮ ਤੇ ਸੀਸ ਲੈ ਕਰਕੇ ਉਹ ਭਰਮ ਵੀ ਮਿਟ ਗਿਆ। ਹੁਣ ਪੱਕਾ ਵਿਸ਼ਵਾਸ ਹੋ ਗਿਆ ਕਿਉ ਸਭ ਨਿਕ ਹਦਿਓ ਅਗਾਰੀ ਤੇ ਸਾਰੇ ਤੇ ਜਾਣ ਗਏ ਵੀ ਹੁਣ ਦੂਜਾ ਸੀਸ ਵੀ ਲੈਣਗੇ। ਅਬ ਚਾਹਤ ਦੂਸਰ ਕੋ ਮਾਰੀ ਹੁਣ ਦੂਜਾ ਸੀਸ ਲੈ ਕਰਕੇ ਫਿਰ ਇਸ ਤਰ੍ਹਾਂ ਅਬ ਚਾਹਤ ਦੂਸਰ ਕੋ ਮਾਰੀ ਤੇ ਹੁਣ ਦੂਜੇ ਸੀਸ ਵੀ ਲੈਣਗੇ। ਹਿਤਕ ਬੇਰ ਪੁਨ ਕਹਿ ਜਗਦੀਸਾ ਤੇ ਸਾਧ ਸੰਗਤ ਕਲਗੀਧਰ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸਾਰੀ ਸਭਾ ਦੇ ਅੰਦਰ, ਦੀਵਾਨ ਦੇ ਅੰਦਰ ਫਿਰ ਦੂਜੀ ਵਾਰੀ ਫਿਰ ਮਹਾਰਾਜ ਜੀ ਨੇ ਕਿਹਾ, ਉਹ ਪਿਆਰੋ ਸਿੱਖ ਦੇਵ ਹੈ ਸੀਤਾ ਮਹਾਰਾਜ ਕਹਿਣ ਲੱਗੇ ਕੋਈ ਹੈ ਸਿੱਖ ਸਾਡਾ ਪਿਆਰਾ ਸਿੱਖ ਜਿਹੜਾ ਸਾਡਾ ਦੂਜਾ ਸੀਸ ਦਵੇ ਸਾਨੂੰ। ਜਬ ਤੀਜੋ ਬਚਨ ਉਚਾਰਾ ਤੇ ਇਸ ਤਰ੍ਹਾਂ ਜਦੋਂ ਤੀਜਾ ਬਚਨ ਫਿਰ ਉਚਾਰਨ ਕੀਤਾ ਧਰਮ ਸਿੰਘ ਤਵ ਹਿਰਦੈ ਵਿਚਾਰਾ ਤੇ ਧਰਮ ਸਿੰਘ ਜੀ, ਧਰਮ ਚੰਦ ਜੀ ਦਾ ਨਾਂ ਹੈ। ਤੇ ਸਾਧ ਸੰਗਤ ਧਰਮ ਚੰਦ ਜੀ ਉੱਠੇ, ਆਪਣੇ ਮਨ ਦੇ ਵਿੱਚ ਵਿਚਾਰ ਕਰਨ ਲੱਗਿਆ। ਜਾਤ ਜਾਟ ਹਸਤ ਪੁਨ ਵਾਸੀ ਤੇ ਸਾਧ ਸੰਗਤ ਹਸਤਨਾਪੁਰ ਦਾ ਵਾਸੀ ਹੈ ਤੇ ਜਾਤੀ ਦਾ ਜੱਟ ਹੈ। ਮਨ ਸੋ ਕਹਿ ਭਇਓ ਪ੍ਰਾਨ ਨਾਸੀ ਤੇ ਫਿਰ ਇਹ ਵੀ ਸੋਚਣ ਲੱਗਿਆ ਵੀ ਇਹ ਤਾਂ ਜਿਹੜਾ ਸਰੀਰ ਹੈ ਨਾ ਇਹ ਸਦਾ ਨਹੀਂ ਰਹਿਣ ਵਾਲਾ, ਇਹਨੇ ਨਾਸ ਹੋ ਜਾਣਾ ਹੈ। ਸਰਬ ਸਰੀਰ ਦੀਨ ਗੁਰ ਤਾਈ ਤੇ ਇਹ ਸੀਸ ਤਾਂ ਗੁਰੂ ਸਾਹਿਬ ਜੀ ਦਾ ਹੀ ਹੈ ਨਾ, ਇਹ ਸੀਸ ਮਹਾਰਾਜ ਜੀ ਦਾ ਹੀ ਹੈ। ਕਰੇ ਤਥਾ ਦੇ ਜਤਾ ਸੁਹਾਈ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਨਾ ਉਸ ਤਰ੍ਹਾਂ ਹੀ ਗੁਰਸਿੱਖ ਨੂੰ ਕਰਨਾ ਚਾਹੀਦਾ ਹੈ, ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ। ਗੁਰ ਕਰਤਬ ਮੈਂ ਕਯੋ ਕਰ ਸੰਕਾ ਤੇ ਮਹਾਰਾਜ ਜੀ ਦੇ ਜਿਹੜਾ ਇਹ ਗੁਰੂ ਸਾਹਿਬ ਜੀ ਦਾ ਤਾਂ ਕਰਤੱਵ ਆ ਨਾ, ਇਹ ਮਹਾਰਾਜ ਜੀ ਦੇ ਉੱਤੇ ਕਦੀ ਸ਼ੰਕਾ ਨਹੀਂ ਕਰਨਾ ਚਾਹੀਦਾ। ਬੈਠ ਰਿਓ ਮਨ ਮਾਨ ਤੰਕਾ ਤੇ ਇਸ ਤਰ੍ਹਾਂ ਮਨ ਦੇ ਵਿੱਚ ਭਰੋਸਾ ਰੱਖ ਕਰਕੇ ਹਿਮ ਵਿਚਾਰ ਤਤ ਛਨ ਹੈ ਠਾਂਡੋ ਤੇ ਸਾਧ ਸੰਗਤ ਇਸ ਤਰ੍ਹਾਂ ਮਨ ਦੇ ਵਿੱਚ ਧਾਰਨ ਕਰਕੇ ਨਾ ਭਰੋਸਾ ਰੱਖ ਕਰਕੇ ਤੇ ਉਸ ਵੇਲੇ ਫਿਰ ਖੜਾ ਹੋ ਗਿਆ। ਸੰਗਤ ਪਖੈ ਧੀਰ ਤਰ ਗਾਡੋ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕਰਕੇ ਕਾਹਿਓ ਨਿਸੰਗ ਜੋਰ ਜੁਗ ਕਰ ਕੋ ਤੇ ਸਾਧ ਸੰਗਤ ਸ਼ੰਕਾ ਨੂੰ ਮੇਟ ਕਰਕੇ ਨਾ ਤੇ ਦੋਨੇ ਹੱਥ ਜੋੜ ਕਰਕੇ ਕਲਗੀਧਰ ਪਾਤਸ਼ਾਹ ਅੱਗੇ ਬੇਨਤੀ ਕਰ ਲੱਗਿਆ। ਇਹੋ ਸਤਿਗੁਰੂ ਜੀ ਮੇਰੇ ਸਿਰ ਕੋ ਕਹਿੰਦਾ ਸੱਚੇ ਪਾਤਸ਼ਾਹ ਇਹ ਜਿਹੜਾ ਮੇਰਾ ਸੀਸ ਆ ਨਾ ਹੈ ਤੁਹਾਡਾ ਹੀ ਹੈ, ਪਰ ਇਹ ਆਪ ਜੀ ਸੀਸ ਲੈਣਾ ਕਰੋ। ਦੇਖ ਸਿੱਖ ਪ੍ਰਿਏ ਉਤੇ ਪ੍ਰਜੰਤਾ ਤੇ ਮਹਾਰਾਜ ਜੀ ਆਪਣੇ ਸਿੱਖ ਦੇ ਅੰਦਰ
ਧਰਮ ਚੰਦ ਦੇ ਅੰਦਰ ਪ੍ਰੇਮ ਵੇਖ ਕਰਕੇ ਕਲਗੀਧਰ ਪਾਤਸ਼ਾਹ ਪਲੰਗੇ ਤੋਂ ਉੱਠੇ ਕਹਿ ਕੁਝ ਲੈ ਕੇ ਕਹਾ ਨ ਸੰਕਾ। ਤੇ ਸਾਧ ਸੰਗਤ ਫਿਰ ਕਲਗੀਧਰ ਪਾਤਸ਼ਾਹ ਬਿਨਾਂ ਸੰਕੇ ਤੋਂ ਜਿੱਥੇ ਫਿਰ ਭਾਈ ਦਇਆ ਰਾਮ ਜੀ ਨੂੰ ਲੈ ਕਰਕੇ ਗਏ ਸਨ, ਤੰਬੂ ਵਿਖੇ ਜਾਏ ਬਿਠਾਇਓ। ਜਿੱਥੇ ਤੰਬੂ ਲੱਗਿਆ ਹੋਇਆ ਹੈ ਉੱਥੇ ਜਾ ਕਰਕੇ ਬਿਠਾਣਾ ਕੀਤਾ। ਖੜਗ ਸ਼ਾਮ ਪਰ ਤਵਹਿ ਚਲਾਇਓ। ਖਾੜਗ ਸਿਰ ਪਰ ਉਸ ਵੇਲੇ ਜਿਹੜੀ ਸ੍ਰੀ ਸਾਹਿਬ ਆ ਨਾ ਤੇ ਧਰਮ ਚੰਦ ਦੇ ਤੇ ਸੀਸ ਦੇ ਉੱਤੇ ਚਲਾ ਦਿੱਤੀ। ਸ਼ਬਦ ਸੁਨਿਓ ਅਰ ਸੁਣ ਤਹੇਰਾ। ਤੇ ਸਾਧ ਸੰਗਤ ਜਦੋਂ ਕੰਨਾਂ ਦੇ ਵਿੱਚ ਜਦੋਂ ਸ੍ਰੀ ਸਾਹਿਬ ਚੱਲੀ ਨਾ ਉਹ ਸ਼ਬਦ ਸੁਣਿਆ ਸਾਵਣ ਰੱਖਿਓ ਸਿੱਖ ਕਉ ਕਟ ਗੇਰਾ। ਤੇ ਸਾਰਿਆਂ ਨੇ ਜਾਣ ਲਿਆ ਵੀ ਦੂਜਾ ਸੀਸ ਵੀ ਕਲਗੀਧਰ ਪਾਤਸ਼ਾਹ ਨੇ ਲੈ ਲਿਆ। ਦਇਆ ਸਿੰਘ ਕੇ ਨਿਕਟ ਬਿਠਾ। ਤੇ ਭਾਈ ਦਇਆ ਸਿੰਘ ਦੇ ਤੇ ਨਾਲ ਹੀ ਉਹਦਾ ਸੀਸ ਜਿਹੜਾ ਰੱਖ ਦਿੱਤਾ। ਬੈਠੋ ਬਹਿਰ ਨਾ ਕਰੋ ਲਖਾਵਾ। ਹਾਂਜੀ ਬੈਠੋ ਬਹਿਰ ਨਾ ਕਰੋ ਲਖਾਵਾ। ਤੇ ਸਾਧ ਸੰਗਤ ਮਹਾਰਾਜ ਜੀ ਨੇ ਅੰਦਰ ਹੀ ਤੰਬੂ ਦੇ ਅੰਦਰ ਹੀ ਭਾਈ ਦਇਆ ਰਾਮ ਦਾ ਤੇ ਧਰਮ ਚੰਦ ਜੀ ਦਾ ਤੇ ਦੋਨੇ ਧੜ ਪਏ ਨੇ, ਸੀਸ ਪਏ ਹਨ। ਸਭ ਸਰੋਣਤ ਉਦਿਤ ਅਸਕਰ ਲੀਨੇ। ਤੇ ਇਸ ਤਰ੍ਹਾਂ ਮਹਾਰਾਜ ਜੀ ਨੇ ਤੇ ਬਹੁਤ ਜ਼ਿਆਦਾ ਜਿਹੜਾ ਖੂਨ ਹੈ ਨਾ ਸ੍ਰੀ ਸਾਹਿਬ ਨੂੰ ਲੱਗਿਆ ਹੋਇਆ ਹੈ। ਬਹਿਰ ਆਏ ਫਿਰ ਗੁਰੂ ਪਰਬੀਨੇ। ਤੇ ਮਹਾਰਾਜ ਜੀ ਉਸੇ ਤਰ੍ਹਾਂ ਖੂਨ ਦੇ ਨਾਲ ਤੇ ਸਾਸ ਨੂੰ ਲੱਗਿਆ ਹੈ, ਸਾਰਾ ਸ੍ਰੀ ਸਾਹਿਬ ਨੂੰ ਲੱਗਿਆ ਹੋਇਆ ਹੈ ਕਿਰਪਾਨ ਨੂੰ। ਤੇ ਵੇਖ ਕਰਕੇ ਨਾ ਗੁਰੂ ਦੇ ਵੱਲ ਦੇਖ ਜੋਗਰ ਤੇਜਵ ਰੇਖਾ। ਤੇ ਮਹਾਰਾਜ ਜੀ ਦਾ ਚਿਹਰਾ ਦਗ ਦਗ ਤੇਜ ਪ੍ਰਤਾਪ ਲਾਲੀਵਤ ਹੋਇਆ ਹੈ। ਕੇ ਅਤਰਜ ਹੋਤ ਵਸੇਖਾ। ਵੇਖ ਕਰਕੇ ਨਾ ਸਾਰੇ ਬੜੇ ਹੈਰਾਨ ਹੁੰਦੇ ਨੇ। ਫਿਰ ਗਈ ਕਾਚਨ ਮੁਖ ਜਗਦਾਈ। ਤੇ ਸਾਧ ਸੰਗਤ ਉਸ ਵੇਲੇ ਨਾ ਜਿਹੜੀ ਸ੍ਰੀ ਸਾਹਿਬ ਆ ਤੇ ਵੇਖ ਕਰਕੇ ਨਾ ਸਾਰੇ ਹੀ ਤੇ ਮਹਾਰਾਜ ਜੀ ਦੇ ਵੇਖ ਕਰਕੇ ਦੁਆਰਾ ਫਿਰ ਪੜ ਫਿਰ ਗਈ ਕਾਚਨ ਮੁਖ ਜਗਦਾਈ। ਤੇ ਸਾਧ ਸਿੰਘ ਜੀ ਜਰਦਾਈ ਨਾਮ ਜਿਸ ਤਰ੍ਹਾਂ ਪੀਲੇ ਪੈ ਜਾਂਦੇ ਆ ਨਾ ਮੁਖ, ਉਸ ਤਰ੍ਹਾਂ ਦੇ ਸਾਰਿਆਂ ਦੇ ਚਿਹਰੇ ਹੋ ਗਏ। ਵੇਖ ਕਰਕੇ ਕਲਗੀਧਰ ਪਾਤਸ਼ਾਹ ਦੇ ਵੱਲ ਵੇਖਦੇ ਨੇ ਤੇ ਸ੍ਰੀ ਸਾਹਿਬ ਕਿਰਪਾਨ ਸਾਰੇ ਖੂਨ ਦੇ ਨਾਲ ਰਕਤ ਦੇ ਨਾਲ ਲੱਗਿਆ ਹੋਇਆ ਸਾਰੀ ਸ੍ਰੀ ਸਾਹਿਬ ਨੂੰ। ਤੇ ਇਸ ਤਰ੍ਹਾਂ ਵੇਖ ਕਰਕੇ ਉਠਿਓ ਚੈਤਨੇ ਗਮਨਿਓ ਜਾਈ। ਤੇ ਸਾਧ ਸੰਗਤ ਵੇਖ ਕਰਕੇ ਨਾ ਜਦੋਂ ਚਿਹਰੇ ਪੀਲੇ ਪੈ ਗਏ ਤੇ ਹੁਣ ਜਿਹੜੇ ਕਾਇਰ ਨੇ ਹੁਣ ਉੱਠਣਾ ਚਾਹੁੰਦੇ ਨੇ ਵੀ ਉੱਠ ਕਰਕੇ ਚੱਲੀਏ, ਨਹੀਂ ਤਾਂ ਸਾਡਾ ਵੀ ਧੜ ਵੱਖਰਾ ਹੋ ਜਾਵੇਗਾ। ਤੇ ਵੇਖਣਾ ਚਾਹੁੰਦੇ ਨੇ, ਜੇ ਕਹਿੰਦੇ ਨੇ ਵੀ ਜੇ ਉੱਠ ਕਰਕੇ ਚਲੇ ਗਏ ਨਾ ਕਦੇ ਕਲਗੀਧਰ ਪਾਤਸ਼ਾਹ ਸਾਨੂੰ ਨਾ ਆਵਾਜ਼ ਮਾਰ ਲੈਣ। ਉੱਠਣਾ ਚਾਹੁੰਦੇ ਨੇ ਪਰ ਹੁਣ ਉੱਠ ਨਹੀਂ ਸਕਦੇ। ਸਨੇ ਸਨੇ ਬੋਲਤ ਨਿਜ ਮਾਹੀ। ਤੇ ਫਿਰ ਆਪਸ ਦੇ ਵਿੱਚ ਹੁਣ ਆਪਸ ਦੇ ਵਿੱਚ ਹੌਲੀ ਹੌਲੀ ਬੋਲਦੇ ਨੇ। ਜਗਤ ਕਾਲ ਕਾਏ ਫਲ ਕਾਹੀ। ਕਹਿੰਦੇ ਹੁਣ ਜਿਹੜੀ ਚੰਡੀ ਆ ਨਾ ਤੇ ਫਿਰ ਇਹ ਪ੍ਰਗਟ ਹੋ ਗਈ। ਉਗਰ ਦੇਵਤਾ ਸਰਿਓ ਨਾ ਜਾਈ। ਤੇ ਸਾਧ ਸੰਗਤ ਮਹਾਰਾਜ ਦਾ ਇਤਨਾ ਤੇਜ ਪ੍ਰਤਾਪ ਹੈ। ਉਲਟ ਪਰੀ ਮਤ ਅਪਰ ਬਨਾਈ। ਤੇ ਸਾਧ ਸੰਗਤ ਫਿਰ ਉਲਟ ਪਰੀ ਮਤ ਅਪਰ ਬਣਾਈ। ਹੁਣ ਵਿੱਚ ਨਾ ਜਿਹੜੇ ਕਾਇਰ ਨੇ ਮਸੰਦ ਨੇ ਹੁਣ ਉਹ ਕਹਿਣ ਲੱਗ ਪਏ ਵੀ ਮਹਾਰਾਜ ਦੀ ਜਿਹੜੀ ਮਾਤਾ ਨਾ ਉਲਟੀ ਹੋ ਗਈ, ਇਹ ਕਿਸ ਤਰ੍ਹਾਂ ਦੀ ਬਣ ਗਈ। ਇਸ ਦਿਨ ਤੇ ਭਏ ਕੂਰ ਕਨੇਰੇ। ਤੇ ਜਿਸ ਦਿਨ ਤੇ ਇਹ ਕਰੜੇ ਹੋਏ ਨੇ। ਬਾਡ ਮਸੰਦ ਮਾਰਿਓ ਬਿਨ ਬੇਰੇ। ਜਿਸ ਦਿਨ ਇਹਨਾਂ ਨੇ ਕਰੜੇ ਬਚਨ ਕਰਕੇ ਨਾ ਜਦੋਂ ਮਸੰਦ ਮਾਰਿਆ ਸੀ, ਚੇਤੋ ਮਸੰਦ ਆਪ ਜੀ ਨੇ ਸਰਵਣ ਕੀਤਾ ਨਾ, ਉਸ ਨੂੰ ਕੜਾਹੇ ਦੇ ਵਿੱਚ ਗੁੜ ਦੀ ਚਾਹਣੀ ਬਣਾ ਕਰਕੇ ਉਹਦੇ ਵਿੱਚ ਇਸ਼ਨਾਨ ਕਰਕੇ ਉਹਨੂੰ ਚੇਤੋ ਮਸੰਦ ਨੂੰ ਮਾਰਿਆ ਸੀ। ਤੇ ਵਿੱਚ ਜਿਹੜੇ ਮਸੰਦ ਨੇ ਸਾਰੇ ਉੱਠੇ ਨੇ ਤੇ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਵੀ ਹੁਣ ਗੁਰੂ ਸਾਹਿਬ ਦਾ ਜਿਹੜਾ ਸੁਭਾਅ ਨਾ ਬੜਾ ਕਰੜਾ ਹੋ ਗਿਆ, ਜਿੱਦਣ ਤੋਂ ਇਹਨਾਂ ਨੇ ਮਸੰਦਾਂ ਨੂੰ ਮਾਰਿਆ ਹੈ। ਸਿੱਖਿਆ ਨ ਸਿਰ ਕਾਟ ਕਰਾਏ।
ਤੇ ਸਾਧ ਸੰਗਤ ਫਿਰ ਜਿਹੜੇ ਸਿੱਖ ਨੇ ਤੇ ਮਸੰਦ ਕਹਿੰਦੇ ਨੇ ਵੀ ਹੁਣ ਸਿੱਖਾਂ ਨੂੰ ਵੀ ਵੱਢਣ ਲੱਗ ਪਏ। ਇਹ ਜੋ ਗੁਰਮੁਖ ਫਿਕਿਓ ਨਾ ਜਾਏ। ਤੇ ਕਲਗੀਧਰ ਪਾਤਸ਼ਾਹ ਦਾ 20 ਰਸ ਦੇ ਵਿੱਚ ਇਤਨਾ ਤੇਜ਼ ਪ੍ਰਤਾਪ ਹੈ, ਕੋਈ ਸਾਹਮਣੇ ਨਹੀਂ ਹੁੰਦਾ ਕਿ ਉੱਠ ਕੇ ਹੁਣ ਬੋਲਦਾ ਨਹੀਂ। ਸਭ ਨ ਸਮਤ ਗੁਣ ਗੁਰੂ ਉਚਾਰਾ। ਤੇ ਸਾਧ ਸੰਗਤ ਤੇ ਇਸ ਤਰ੍ਹਾਂ ਸੁਣ ਕਰਕੇ ਸਾਰਿਆਂ ਨੇ ਫਿਰ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਆਪਰ ਦੇਹੋ ਸਿਰ ਕੋ ਸਿੱਖ ਪਿਆਰਾ। ਮਹਾਰਾਜ ਕਹਿਣ ਲੱਗੇ ਕੋਈ ਹੈ ਸਾਡਾ ਸਿੱਖ ਪਿਆਰਾ ਜਿਹੜਾ ਇੱਕ ਸੀਸ ਦਵੇ। ਏਕ ਕਹੋ ਤੇ ਦੂਰ ਸੁਣਤਾਏ। ਤੇ ਸਾਧ ਸੰਗਤ ਜਿਹੜੇ ਸੁਣ ਕਰਕੇ ਨਾ ਪਿੱਛੇ ਬੈਠੇ ਸਨ ਤੇ ਫਿਰ ਦੂਰ ਦੂਰ ਹੋ ਕਰਕੇ ਜਾਣ ਲੱਗ ਪਏ, ਖਿਸਕਣ ਲੱਗ ਪਏ। ਸ੍ਰੀ ਗੁਜਰੀ ਟਿਕ ਜਾਏ ਸੁਨਾਏ। ਉਹ ਮਸੰਦ ਇਕੱਠੇ ਹੋਏ ਜਿਨ੍ਹਾਂ ਦੇ ਅੰਦਰ ਮਨ ਦੇ ਵਿੱਚ ਖੋਟ ਸੀ ਤੇ ਗੁਰੂ ਘਰ ਦੀ ਮਾਇਆ ਖਾਣ ਵਾਲੇ ਕਾਇਰ ਜਿਹੜੇ ਨੇ ਉਹ ਉੱਠ ਕਰਕੇ ਜਿੱਥੇ ਮਾਤਾ ਗੁਜਰ ਜੀ ਕੋਲ ਚਲੇ ਗਏ, ਜਿੱਥੇ ਮਾਤਾ ਜੀ ਬੈਠੇ ਸਨ, ਗੁਰ ਕੀ ਬੁੱਧ ਵਿਪਾਜੈ ਹੋਈ। ਜਾ ਕੇ ਕਹਿਣ ਲੱਗੇ ਮਾਤਾ ਜੀ ਤੁਹਾਡੇ ਪੁੱਤਰ ਕਲਗੀਧਰ ਪਾਤਸ਼ਾਹ ਜੀ ਦੇ ਕਹਿਣ ਲੱਗੇ ਉਹਨਾਂ ਦੀ ਜਿਹੜੀ ਮਾਤਾ ਨਾ ਉਹ ਉਲਟੀ ਹੋ ਗਈ, ਖੜਗ ਸੰਗ ਕਾਟੇ ਸਿੱਖ ਦੋਈ। ਉਹਨਾਂ ਦੀ ਮੱਤ ਬਦਲ ਗਈ ਤੇ ਉਹਨਾਂ ਨੇ ਹੱਥ ਦੇ ਵਿੱਚ ਸ੍ਰੀ ਸਾਹਿਬ ਫੜੀ ਹੋਈ ਹੈ ਤੇ ਸਿੱਖਾਂ ਦੇ ਤੇ ਸਿਰ ਵੱਢਣ ਲੱਗ ਪਏ। ਉਹਨਾਂ ਪ੍ਰਣ ਕੋ ਬਾਗ ਸੁਨਾਵਤ। ਤੇ ਸਾਧ ਸੰਗਤ ਇਸ ਤਰ੍ਹਾਂ ਫਿਰ ਹੋਰਾਂ ਨੂੰ ਵੀ ਇਸ ਤਰ੍ਹਾਂ ਗੱਲਾਂ ਕਰਦੇ ਨੇ ਉਹ ਸਿਰ ਦੇ ਸਿੱਖ ਜੋ ਮਨ ਭਾਵਤ। ਤੇ ਨਾਲ ਇਹ ਵੀ ਕਹਿੰਦੇ ਨੇ ਵੀ ਜਿਹੜਾ ਸਾਡਾ ਸਿੱਖ ਹੈ ਨਾ ਕੋਈ ਹੈ ਜਿਹੜਾ ਸੀਸ ਦਵੇ। ਸਾਹਿਬ ਰਾਇਓ ਆਗ ਮਨ ਕਾਲੀ। ਪਰ ਹੁਣ ਉਹ ਸਿਹਾ ਨਹੀਂ ਗਿਆ ਤੇ ਫਿਰ ਇਸ ਤਰ੍ਹਾਂ ਉਹ ਚੰਡਕਾ ਦਾ ਕਰੂਰ ਕਰਮ ਕਰਦੇ ਅਸ ਚਾਲੀ। ਤੇ ਉਹਨਾਂ ਦੇ ਉੱਤੇ ਹੁਣ ਜਿਹੜੀ ਕਹਿਣ ਲੱਗ ਪਏ ਮਸੰਦ ਕਹਿੰਦੇ ਵੀ ਉਹਨਾਂ ਦੇ ਉੱਤੇ ਚੰਡੀ ਭਾਰੀ ਪੈ ਗਈ ਜਿਹੜੀ ਉਹਨਾਂ ਨੇ ਪ੍ਰਗਟ ਕੀਤੀ ਸੀ ਤੇ ਨੈਣਾ ਦੇ ਟਿੱਲੇ ਉੱਤੇ ਜਾ ਕਰਕੇ। ਤੇ ਸਾਧ ਸੰਗਤ ਇਸ ਤਰ੍ਹਾਂ ਹੁਣ ਜਿਹੜੇ ਮਸੰਦ ਨੇ ਮਾਤਾ ਜੀ ਕੋਲ ਕਹਿੰਦੇ ਨੇ ਆਪਰੋ ਪਾਏ ਨਹੀਂ ਮਨ ਆਵੇ। ਤੇ ਇਸ ਤਰ੍ਹਾਂ ਹੁਣ ਕੋਈ ਹੋਰ ਉਪਾਏ ਕੋਈ ਬਣ ਨਹੀਂ ਆਂਦਾ, ਰੋਕ ਬਿਠਾਵੋ ਕਿਤੋਂ ਨਾ ਜਾਵੇ। ਜਿਸ ਕਾਰਨ ਕਰਕੇ ਉਹਨਾਂ ਨੂੰ ਰੋਕਿਆ ਜਾਵੇ, ਸਮਝਾਇਆ ਜਾਵੇ। ਕਰੈ ਪੌਰ ਪਰ ਸੁਭਟ ਕਨੇਰੇ। ਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਥਿਰੇ ਪੌਰ ਇਸ ਤਰ੍ਹਾਂ ਬੈਠ ਕਰਕੇ ਸਿੱਖ ਕੋ ਜਾਏ ਨਹੀਂ ਅਬ ਨੇਰੇ। ਤੇ ਕੋਈ ਵੀ ਜਾ ਕਰਕੇ ਉਹਨਾਂ ਨੂੰ ਸਿੱਖਣ ਜਿਹੜੇ ਨੇ ਕੋਈ ਨੇੜੇ ਵੀ ਨਹੀਂ ਜਾਂਦਾ। ਗੁਰ ਗਾਦੀ ਪਰ ਪੋਤਰ ਬਿਠਾਵੋ। ਕਹਿਣ ਲੱਗੇ ਮਾਤਾ ਨੂੰ ਕਹਿੰਦੇ ਵੀ ਜਾ ਕਰਕੇ ਕਲਗੀਧਰ ਪਾਤਸ਼ਾਹ ਜੀ ਨੂੰ ਸਮਝਾਉਣਾ ਕਰੋ ਜਾਂ ਉਹਨਾਂ ਨੂੰ ਰੋਕਣਾ ਕਰੋ, ਨਹੀਂ ਤਾਂ ਮਾਤਾ ਜੀ ਆਪਣੇ ਪੋਤਰੇ ਨੂੰ ਬਾਬਾ ਅਜੀਤ ਸਿੰਘ ਜੀ ਨੂੰ ਗੁਰਗੱਦੀ ਤੇ ਬਿਠਾਣਾ ਕਰੋ। ਸਭ ਸੰਗਤ ਕੇ ਬੀਚ ਪਜਾਵੋ। ਤੇ ਸਾਰੇ ਸੰਗਤ ਦੇ ਵਿੱਚ ਇਸ ਤਰ੍ਹਾਂ ਉਹਨਾਂ ਨੂੰ ਬਿਠਾ ਕਰਕੇ ਸੁਣ ਤਮ ਸੰਦਨ ਤੇ ਅਤਬਾਨੀ। ਇਸ ਤਰ੍ਹਾਂ ਜਿਹੜੇ ਮਸੰਦ ਨੇ ਨਾ ਖੋਟੀ ਬੁੱਧੀ ਵਾਲੇ ਕਾਇਰ ਇਹਨਾਂ ਦੇ ਅੰਦਰ ਆਪਣਾ ਹੀ ਪਾਪ ਵੱਢ ਕੇ ਖਾ ਰਿਹਾ ਸੀ ਕਿਉਂਕਿ ਬਹੁਤ ਪਾਪ ਕਰਦੇ ਸਨ ਤੇ ਗੁਰੂ ਘਰ ਦੀ ਮਾਇਆ ਨੂੰ ਚਰਾਉਂਦੇ ਸਨ ਤੇ ਇਹਨਾਂ ਦੇ ਪਾਪ ਹੀ ਕੰਬਣ ਲੱਗ ਪਏ। ਤੇ ਇਸ ਤਰ੍ਹਾਂ ਬਹੁਤ ਸੁਣ ਕਰਕੇ ਮਸੰਦਾ ਤੋਂ ਸ੍ਰੀ ਗੁਜਰੀ ਚਿਤ ਚਿੰਤਾ ਠਾਨੀ। ਤੇ ਮਾਤਾ ਗੁਜਰੀ ਜੀ ਤੇ ਸੁਣ ਕਰਕੇ ਨਾ ਮਸੰਦਾਂ ਦੇ ਕੋਲੋਂ ਬਹੁਤ ਜ਼ਿਆਦਾ ਚਿੰਤਾ ਦੇ ਸਹਿਤ ਹੋ ਗਏ। ਨਿਕਟ ਦਾਸ ਜੇ ਤੁਰਤ ਪਠਾਏ। ਤੇ ਫਿਰ ਉਸ ਵੇਲੇ ਮਾਤਾ ਜੀ ਨੇ ਇੱਕ ਆਪਣਾ ਦਾਸ ਜਿਸ ਥਾਂ ਕਲਗੀਧਰ ਪਾਤਸ਼ਾਹ ਜੀ ਬੈਠੇ ਨੇ ਨਾ ਉੱਥੇ ਭੇਜਣਾ ਕੀਤਾ। ਦੇਖੋ ਭਲੋ ਦਿਓ ਸੁਧ ਆਏ। ਤੇ ਚੰਗੀ ਤਰ੍ਹਾਂ ਜਾ ਕਰਕੇ ਵੇਖ ਕਰਕੇ ਉਹ ਖਬਰ ਸਾਰੀ ਮੈਨੂੰ ਦੱਸਣਾ ਕਰ, ਕਰਿਓ ਨਗਰ ਮੈਂ ਔਰ ਵਿਸਾਲਾ। ਕਿਉਂਕਿ ਨਗਰ ਦੇ ਵਿੱਚ ਸਾਰੇ ਅਨੰਦਪੁਰ ਸਾਹਿਬ ਦੇ ਅੰਦਰ ਬੜਾ ਰੌਲਾ ਪੈ ਰਿਹਾ ਹੈ। ਨਰ ਨਾਰੀ ਬਿਸਮੇ ਸਕਾਲਾ। ਤੇ ਸੁਣ ਕਰਕੇ ਵੇਖ ਕੇ ਬੜੇ ਹੈਰਾਨ ਹੁੰਦੇ ਨੇ। ਇਹ ਕਵ ਤੀਨ ਬਾਰ ਜਬ ਭਾਕੇ। ਤੇ ਫਿਰ ਇਸ ਤਰ੍ਹਾਂ 3 ਵਾਰ ਕਲਗੀਧਰ ਪਾਤਸ਼ਾਹ ਨੇ ਕਿਹਾ ਉਹ ਸਿੱਖ ਸਿਰ ਦੇ ਗੁਰ ਬਲਾ
ਐਸਾ ਸਿੱਖ ਹੈ ਜਿਹੜਾ ਆ ਕਰਕੇ ਇੱਕ ਸੀਸ ਦਵੇ। ਹਿਮ ਸੁਨ ਕੈ ਬਚ ਕਲਗੀ ਧਰ ਕੈ ਇਸ ਤਰ੍ਹਾਂ ਸੁਣ ਕਰਕੇ ਨਾ ਕਲਗੀਧਰ ਪਾਤਸ਼ਾਹ ਦੇ ਬਚਨਾਂ ਨੂੰ ਪੂਰਨ ਉਠਿਓ ਜੋਰ ਕਰ ਕਰਕੇ ਤੇ ਸਾਧ ਸੰਗਤ ਬੜੀ ਛੇਤੀ ਦੇ ਨਾਲ ਦੋਨੇ ਹੱਥ ਜੋੜ ਕਰਕੇ ਉੱਠੇ। ਮੋਹਕਮ ਸਿੰਘ ਨਾਮ ਬਖਿਆਤੀ ਤੇ ਸਾਧ ਸੰਗਤ ਜੀ ਦਾ ਮੋਹਕਮ ਚੰਦ ਜੀ ਦਾ ਨਾਮ ਹੈ ਤੇ ਉਹ ਨਾ ਮੋਹਕਮ ਚੰਦ ਜੀ ਉੱਠੇ ਨਾਮਦੇਵ ਕੀ ਦਿਸਤਨ ਜਾਤੀ ਦੇ ਜਿਨ੍ਹਾਂ ਦੀ ਭਗਤ ਨਾਮਦੇਵ ਜੀ ਦੀ ਤੇ ਸਾਧ ਜਾਤੀ ਦੇ ਵਿੱਚੋਂ ਭਾਵ ਛਿੰਬਿਆਂ ਦੀ ਜਾਤ ਦੇ ਵਿੱਚੋਂ ਨੇ ਵਾਸੀ ਉਤੋ ਦਵਾਰਕਾ ਨਗਰੀ ਤੇ ਦਵਾਰਕਾ ਨਗਰੀ ਦੇ ਰਹਿਣ ਵਾਲੇ ਹਨ। ਗ੍ਰਹਿਣ ਕਰੀ ਸਿੱਖੀ ਬਿਦ ਸਗਰੀ ਤੇ ਸਾਧ ਸੰਗਤ ਜਿਹੜੇ ਸਿੱਖੀ ਦੇ ਵਿੱਚ ਰਹਿ ਰਹੇ ਹਨ। ਕਹਿਣ ਲੱਗੇ ਹੋਲੀ ਜੈਸਨ ਭੋਗੀ ਮੋਹਕਮ ਚੰਦ ਜੀ ਉੱਠੇ ਤੇ ਕਹਿਣ ਲੱਗੇ ਦੋਨੇ ਹੱਥ ਜੋੜ ਕੇ ਜੈ ਚਨਾ ਬਲਬ ਜੋ ਹੋਈ ਮਹਾਰਾਜ ਮੈਨੂੰ ਮਾਫ ਕਰਿਓ, ਮੈਂ ਬਹੁਤ ਦੇਰੀ ਬਾਅਦ ਉੱਠਿਆ ਹਾਂ। ਸੁਣ ਤੈ ਗਇਓ ਹੱਥ ਮੈਂ ਹਾਥਾ ਤੇ ਇਸ ਤਰ੍ਹਾਂ ਮਹਾਰਾਜ ਜੀ ਨੇ ਜਦੋਂ ਉਹਦੀ ਬੇਨਤੀ ਸੁਣੀ ਨਾ ਤੇ ਮਹਾਰਾਜ ਜੀ ਨੇ ਆਪਣੇ ਹਸਤ ਕਮਲ ਦੇ ਨਾਲ ਉਹਦਾ ਹੱਥ ਫੜ ਕਰਕੇ ਲੈ ਗਏ ਤੰਬੂ ਮੈਂ ਜਗਨਾਥਾ ਤੇ ਗੁਰੂ ਸਾਹਿਬ ਜੀ ਤੰਬੂ ਦੇ ਵਿੱਚ ਲਿਜਾ ਕਰਕੇ ਦੋਨੋਂ ਪਿੰਡ ਜਗਤੀ ਬਿਠਾਇਓ ਜਿੱਥੇ ਫਿਰ ਦੋਨਾਂ ਦੇ ਧੜ ਤੇ ਸੀਸ ਪਏ ਨੇ ਨਾ ਭਾਈ ਦਇਆ ਰਾਮ ਦੇ ਭਾਈ ਧਰਮ ਚੰਦ ਜੀ ਦੇ ਤੇ ਉਸ ਵੇਲੇ ਜਿਹੜੇ ਤੀਜੇ ਨੇ ਮੋਹਕਮ ਚੰਦ ਜੀ ਉਹਨਾਂ ਨੂੰ ਵੀ ਕੋਲ ਬਿਠਾਲ ਕਰਕੇ ਕੀ ਚਾਨ ਪਰ ਖੜਗ ਚਲਾਇਓ ਤੇ ਤੀਜੀ ਜਿਹੜਾ ਸੀਸ ਆ ਨਾ ਕਲਗੀਧਰ ਪਾਤਸ਼ਾਹ ਨੇ ਉਹ ਵੀ ਲੈਣਾ ਕੀਤਾ ਜਾਣਿਓ ਸਭਨ ਹਨਿਓ ਸਿਖ ਜਾਈ ਤੇ ਸਾਰਿਆਂ ਨੇ ਜਾਣਿਆ ਵੀ ਹੁਣ ਤੀਜਾ ਸੀਸ ਵੀ ਕਲਗੀਧਰ ਪਾਤਸ਼ਾਹ ਨੇ ਲੈ ਲਿਆ। ਰੁਦਰ ਧਾਰ ਤੈ ਠੌਰ ਬਹਾਈ ਤੇ ਫਿਰ ਹਾਂਜੀ ਰੁਦਰ ਧਾਰ ਤੈ ਠੌਰ ਬਹਾਈ ਤੇ ਜਿਹੜਾ ਨਾ ਰਗਤ ਹੈ ਖੂਨ ਹੈ ਉਹਦੀਆਂ ਧਾਰਾਂ ਚੱਲ ਪਈਆਂ ਚੰਚਲ ਗਤ ਸੋ ਬਾਹਰ ਆਏ ਤੇ ਉਸ ਵੇਲੇ ਸ੍ਰੀ ਸਾਹਿਬ ਹੱਥ ਦੇ ਵਿੱਚ ਫੜੀ ਹੈ ਤੇ ਫੜ ਕਰਕੇ ਜਦੋਂ ਤੰਬੂ ਤੇ ਬਾਹਰ ਆਏ ਖੜਗ ਰੱਖ ਜੁਤ ਕਰ ਚਮਕਾਏ ਤੇ ਰਗਤ ਦੇ ਨਾਲ ਖੂਨ ਦੇ ਨਾਲ ਜਿਹੜੀ ਸ੍ਰੀ ਸਾਹਿਬ ਹੈ ਸਾਰੀ ਲੱਗਿਆ ਹੋਇਆ ਖੂਨ ਤੇ ਵੇਖ ਕਰਕੇ ਬੈਠ ਸਿੰਘਾਸਨ ਪਰ ਫਰਮਾਇਓ ਤੇ ਮਹਾਰਾਜ ਜੀ ਸਿੰਘਾਸਨ ਤੇ ਬੈਠੇ ਨੇ ਤੇ ਕਹਿੰਦੇ ਹਨ ਜੋ ਸਿਖ ਸਿਰ ਦੇ ਮੋਹ ਮਨ ਭਾਇਓ ਜਿਹੜਾ ਵੀ ਸੀਸ ਦਵੇਗਾ ਉਹ ਸਿੱਖ ਮੈਨੂੰ ਬਹੁਤ ਮੇਰੇ ਮਨ ਨੂੰ ਭਾਵੇਗਾ। ਸਾਹਿਬ ਸਿੰਘ ਸਹਿਰ ਤਨ ਜਾਤੀ ਤੇ ਸਾਧ ਸੰਗਤ ਫਿਰ ਚੌਥਾ ਸਿੱਖ ਉਠਿਆ ਜਿਹਦਾ ਨਾਮ ਸਾਹਿਬ ਚੰਦ ਹੈ ਤੇ ਸਾਧ ਸੰਗਤ ਜਿਹਦੀ ਜਾਤੀ ਸੈਣ ਆਈ ਤੇ ਸਾਧ ਸੰਗਤ ਭਗਤ ਸੈਣ ਜੀ ਦੀ ਨਾਈ ਜਾਤੀ ਦੇ ਵਿੱਚੋਂ ਨੇ ਬਿਦਰਪੁਰੀ ਵਾਸੀ ਬਖਿਆਤੀ ਤੇ ਬਿਦਰਪੁਰੀ ਦੇ ਰਹਿਣ ਵਾਲੇ ਹਨ। ਆਂਦੋ ਭਇਓ ਜੋਰ ਕਰ ਹਾਥਾ ਤੇ ਉਹ ਉੱਠਿਆ ਉੱਠ ਕਰਕੇ ਸੱਚੇ ਪਾਤਸ਼ਾਹ ਜੀ ਦੋਨੇ ਹੱਥ ਜੋੜ ਕਰਕੇ ਸਾਹਮਣੇ ਹੋ ਕਰਕੇ ਕਹਿਣ ਲੱਗਿਆ ਮੇਰੋ ਦੇਹੋ ਆਪ ਜਗਨਾਥਾ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਮੇਰਾ ਸੀਸ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੈ। ਆਪ ਰਹੇ ਤਾਏ ਜੇ ਦੇਹੀ ਮਹਾਰਾਜ ਆਪ ਜੀ ਵਾਸਤੇ ਬਹੁਤ ਦੇਰ ਹੋ ਗਈ। ਬਾਹਰ ਰੱਖਨੀ ਕਾਰਜ ਕੇਹੀ ਮਹਾਰਾਜ ਜਿਹੜਾ ਆਪ ਜੀ ਦੇ ਬਚਨ ਨੂੰ ਨਹੀਂ ਮੰਨ ਸਕਿਆ ਸੁਨ ਕਰ ਤਖਚਨ ਉਠੇ ਗੁਸਾਈ ਤੇ ਉਸ ਵੇਲੇ ਮਹਾਰਾਜ ਜੀ ਉਹਦੀ ਬੇਨਤੀ ਨੂੰ ਸੁਣ ਕਰਕੇ ਤੇ ਛੇਤੀ ਦੇ ਨਾਲ ਉੱਠ ਕੇ ਗਹੀ ਬਾਲ ਲੈ ਕੇ ਸਖਾਈ ਮਹਾਰਾਜ ਜੀ ਨੇ ਆਪਣੇ ਹਸਤ ਕਮਲਾਂ ਦੇ ਨਾਲ ਉਹਦਾ ਹੱਥ ਫੜ ਕੇ ਰਸਮੀ ਪਈ ਜਾਏ ਬਿਠਾਇਓ ਤੇ ਮਹਾਰਾਜ ਜੀ ਨੇ ਜਿੱਥੇ ਉਹ ਤਿੰਨੇ ਪਿਆਰੇ ਪਏ ਸਨ ਉੱਥੇ ਸਾਹਿਬ ਚੰਦ ਜੀ ਨੂੰ ਲਿਜਾ ਕਰਕੇ ਯਤਰਾ ਪਰ ਖੜਗ ਚਲਾਇਓ ਤੇ ਤੰਬੂ ਦੇ ਵਿੱਚ ਜਾ ਕਰਕੇ ਨਾ ਉਹਦੇ ਸੀਸ ਦੇ ਉੱਤੇ ਜਿਹੜੀ ਸ੍ਰੀ ਸਾਹਿਬ ਹੈ ਕਿਰਪਾਨ ਹੈ ਉਹ ਚਲਾਣਾ ਕੀਤੀ। ਵਹਿਰ ਸੁਨਤ ਸੰਗਤ ਬਿਸਮਾਵੈ
ਤੇ ਜਿਹੜੀ ਬਾਹਰ ਸੰਗਤ ਬੈਠੀ ਸੀ ਨਾ ਤੇ ਸੁਣ ਕਰਕੇ ਬਹੁਤ ਹੈਰਾਨ ਹੁੰਦੀ ਹੈ। ਉਹ ਜਨ ਹੈ ਗੁਰੂ ਕੋ ਕਿਆ ਭਾਵੈ। ਤੇ ਸਾਰੇ ਸੋਚਦੇ ਨੇ ਵੀ ਗੁਰੂ ਸਾਹਿਬ ਦਾ ਕਿਹੜਾ ਕੋਤਕ ਹੈ। ਇਹ ਮਹਾਰਾਜ ਜੀ ਜਾਣ ਵੀ ਉਹਨਾਂ ਨੂੰ ਕੀ ਚੰਗਾ ਲੱਗਦਾ ਹੈ। ਚੇਤ ਹੈ ਸਿੱਖਣ ਕੇ ਸੀਸਾ। ਤੇ ਸਾਧ ਸੰਗਤ ਇਸ ਤਰ੍ਹਾਂ ਸੀਸ ਲੈ ਕਰਕੇ ਸਿੱਖਾਂ ਦੇ ਜਾਣੀ ਜਾਇ ਨ ਗਤ ਜਗਦੀਸਾ। ਇਹ ਮਹਾਰਾਜ ਜੀ ਦੀ ਮਰਿਆਦਾ ਬਾਰੇ ਕੁਝ ਪਤਾ ਨਹੀਂ ਲੱਗਦਾ। ਮਹਾਰਾਜ ਜੀ ਕੀ ਕੋਤਕ ਵਰਤਾ ਰਹੇ ਨੇ। ਵਿਚਰਤ ਸ੍ਰੋਣਤ ਕਰ ਅਸ ਸੋ। ਤੇ ਸਾਧ ਸੰਗਤ ਖੂਨ ਨਿਚੜਦਾ ਹੋਇਆ ਸ੍ਰੀ ਸਾਹਿਬ ਦੇ ਨਾਲ ਤੇ ਉਸ ਵਾਰ ਵੇਖ ਕੇ ਬੈਠੇ ਆਏ ਲਿਖਤ ਸਭ ਕੋ। ਤੇ ਮਹਾਰਾਜ ਜੀ ਆ ਕਰਕੇ ਉਸ ਪਲੰਗੇ ਤੇ ਬੈਠ ਗਏ। ਬਾਹਰ ਬਚਨ ਉਚਰਿਓ ਤਿਸ ਰੀਤ। ਫੇਰ ਸੱਚੇ ਪਾਤਸ਼ਾਹ ਉਸੀ ਤਰੀਕੇ ਦੇ ਨਾਲ ਉੱਚੀ ਗਰਜ ਕਰਕੇ ਮਹਾਰਾਜ ਜੀ ਨੇ ਫਿਰ ਕਿਹਾ, ਆਸਤੋ ਸਿਰ ਸਿੱਖ ਦੇ ਉਤ ਪ੍ਰੀਤੀ। ਕੋਈ ਐਸਾ ਸਿੱਖ ਹੈ ਜਿਹੜਾ ਪ੍ਰੇਮ ਦੇ ਨਾਲ ਸਾਨੂੰ ਸੀਸ ਦਵੇ। ਇਸ ਮਾਨੇ ਸੁਨ ਸੌਣ ਬੁਝਾਰਾ। ਤੇ ਸੁਣ ਕਰਕੇ ਬੜੇ ਹੁਣ ਜਿਹੜੇ ਕਾਇਰ ਨੇ ਕੰਬਣ ਲੱਗ ਪਏ ਸਾਧ ਸਿੱਖਨ ਕੋ ਚਹਿਤ ਸੰਘਾਰਾ। ਤੇ ਕਹਿੰਦੇ ਨੇ ਵੀ ਹੁਣ ਸਿੱਖ ਜਿਹੜੇ ਨੇ ਸਿੱਖਾਂ ਨੂੰ ਸੰਭਾਲਣਾ ਚਾਹੀਦਾ ਹੈ। ਅਤੇ ਚਾਰ ਪੁਨ ਅਪਰ ਪ੍ਰਚਾਰੈ। ਇਹ ਸਾਰੇ ਸੋਚਦੇ ਨੇ ਵੀ ਚਾਰ ਜਿਹੜੇ ਸਿੱਖ ਨੇ ਕਲਗੀਧਰ ਪਾਤਸ਼ਾਹ ਨੇ ਉਹਨਾਂ ਚਾਰੇ ਸਿੱਖਾਂ ਦੇ ਸੀਸ ਲੈ ਲਏ। ਧੰਨ ਸੋ ਗੁਰੂ ਰਜਾਏ ਸਿਰ ਧਾਰੈ। ਫਿਰ ਧੰਨ ਗੁਰੂ ਨੇ ਤੇ ਧੰਨ ਸਿੱਖ ਨੇ ਜਿਹੜੇ ਸੀਸ ਦਿੰਦੇ ਨੇ। ਉਤੇ ਦੂਰ ਸੋ ਟਰ ਗਏ ਕਾਚੇ। ਤੇ ਸਾਧ ਸੰਗਤ ਵਿੱਚ ਜਿਹੜੇ ਕੱਚੇ ਪਿੱਲੇ ਸੀ ਨਾ ਤੇ ਦੂਰ ਭੱਜਣ ਲੱਗ ਪਏ। ਲੋਕਨ ਸੋ ਗੁਰ ਕਿਰਿਆ ਬਾਚੇ। ਤੇ ਫਿਰ ਲੋਕਾਂ ਨੂੰ ਜਾ ਕਰਕੇ ਇਸ ਤਰ੍ਹਾਂ ਕਹਿੰਦੇ ਨੇ, ਤਦ ਤੱਕ ਬਚਾਏ ਕੇਤਕ ਕੇਤਕ ਬਚਾਏ ਦ੍ਰਿਸ਼ਟ ਕੋ ਗਏ। ਤੇ ਕਿੰਨੇ ਕੁ ਬਚਾ ਕਰਕੇ ਨਾ ਕਲਗੀਧਰ ਪਾਤਸ਼ਾਹ ਦੇ ਕੋਲੋਂ ਤੇ ਇਸ ਤਰ੍ਹਾਂ ਨਿਕਲਦੇ ਹਨ। ਕੇਤਕ ਲਾਗ ਤੇ ਥਰੀ ਭਏ। ਆਪਣੇ ਆਪ ਨੂੰ ਬਚਾ ਕਰਕੇ ਆਪਣੀ ਲੱਜਿਆ ਨੂੰ ਛੱਡ ਕਰਕੇ ਤੇ ਇਸ ਤਰ੍ਹਾਂ ਕੋਲੋਂ ਜਾਂਦੇ ਨੇ। ਹੋਰ ਸਰਮੁਖ ਰਹਿ ਸਕ ਹੈ ਦੇਖ। ਤੇ ਕਈ ਗੁਰੂ ਸਾਹਿਬ ਦੇ ਸਨਮੁਖ ਜਿਹੜੇ ਨੇ ਤੇ ਮਹਾਰਾਜ ਦੇ ਮੁਖ ਨੂੰ ਦੇਖ ਨਹੀਂ ਸਕਦੇ। ਸੰਤ ਮਾਨ ਜਿਤ ਭਏ ਵਿਸੇਖ। ਤੇ ਕਈ ਐਸੇ ਨੇ ਮਨ ਦੇ ਵਿੱਚ ਬਹੁਤ ਸ਼ੰਕਾ ਮੰਨ ਕਰਕੇ ਤੀਨ ਵਾਰ ਜਨ ਗੁਰੂ ਚਾਰਾ। ਤੇ ਸਾਧ ਸੰਗਤ ਫਿਰ ਸੱਚੇ ਪਾਤਸ਼ਾਹ ਤੀਜਾ ਬਚਨ ਕੀਤਾ, ਦੇਹੋ ਸੀਸ ਕੋ ਸਿੱਖ ਮਨ ਪਿਆਰਾ। ਕੋਈ ਹੈ ਮੇਰਾ ਪਿਆਰਾ ਸਿੱਖ ਜਿਹੜਾ ਸੀਸ ਦਵੇ। ਹਿੰਮਤ ਸਿੰਘ ਵਾਸੀ ਜਗਨਾਥ। ਤੇ ਸਾਧ ਸੰਗਤ ਜੀ ਭਾਈ ਹਿੰਮਤ ਸਿੰਘ ਜੀ ਤੇ ਉਸ ਵੇਲੇ ਜਗਨਨਾਥ ਦੇ ਪੁਰੀ ਦਾ ਰਹਿਣ ਵਾਲਾ ਜੀਵਰ ਜਾਤ ਬੰਦ ਦਇ ਹਾਥ। ਜਿਹਦੀ ਜਾਤੀ ਝੀਵਰ ਜਾਤੀ ਦੇ ਵਿੱਚੋਂ ਹੈ। ਕਹਿਤ ਭਇਓ ਲੀਜੈ ਮਮ ਸਿਰ ਕੋ। ਤੇ ਜਾ ਕਰਕੇ ਮਹਾਰਾਜ ਦੇ ਸਨਮੁਖ ਹੋ ਕਰਕੇ ਦੋਨੇ ਹੱਥ ਜੋੜ ਕਰਕੇ ਤੇ ਕਹਿਣ ਲੱਗਿਆ, ਗੁਰ ਟੁੱਟ ਗਏ ਹੋ ਤਿਸ ਕਰ ਕੋ। ਤੇ ਉਸ ਵੇਲੇ ਹਾਂਜੀ ਸੁਨ ਗੁਰ ਤੁਰਤ ਗਏ ਹੋ ਤਿਸ ਕਰ ਕੋ। ਤੇ ਉਸ ਵੇਲੇ ਮਹਾਰਾਜ ਜੀ ਨੇ ਆਪਣੇ ਹਸਤ ਕਮਲਾਂ ਦੇ ਵਿੱਚੋਂ ਉਹਦਾ ਹੱਥ ਫੜ ਕਰਕੇ ਅੰਤਰ ਤੰਬੂ ਕੇ ਤਬ ਜਾਈ। ਤੇ ਜਿੱਥੇ ਤੰਬੂ ਆ ਨਾ ਲਾਇਆ ਹੋਇਆ ਤੇ ਮਹਾਰਾਜ ਉੱਥੇ ਲੈ ਗਏ। ਪੰਚਮ ਅਜ ਪਰ ਤੇਗ ਚਲਾਈ। ਤੇ ਸਾਧ ਸੰਗਤ ਪੰਜ ਜਿਹੜੇ ਸੀਸ ਨੇ ਮਹਾਰਾਜ ਨੇ ਉਹ ਲੈਣਾ ਕੀਤੇ। ਭਇਓ ਸ਼ਬਦ ਸਭ ਹਿਰ ਸੁਨ ਪਾਏ। ਜਦੋਂ ਪੰਜਵਾਂ ਸੀਸ ਦੀ ਸਾਧ ਸੰਗਤ ਲੱਤਾ ਤੇ ਸਾਰੇ ਸੁਣ ਕਰਕੇ ਦੇਖਿਓ ਰੁਦਰ ਬਹਿਰ ਜਬ ਆਇਓ। ਤੇ ਜਦੋਂ ਦੇਖਿਆ ਨਾ ਵੀ ਪੰਜਵਾਂ ਸੀਸ ਵੀ ਲੈ ਲਿਆ ਤੇ ਜਿਹੜਾ ਲਹੂ ਹੈ ਖੂਨ ਹੈ ਤੇ ਸਾਧ ਸੰਗਤ ਬਾਹਰ ਵੇਖ ਕਰਕੇ ਅਨੇ ਪੰਜ ਸਿੱਖ ਸਭ ਨੇ ਜਾਣੈ। ਤੇ ਸਾਰਿਆਂ ਨੇ ਜਾਣ ਲਿਆ ਵੀ ਹੁਣ ਪੰਜ ਜਿਹੜੇ ਸੀਸ ਨੇ ਉਹ ਮਹਾਰਾਜ ਨੇ ਲੱਤੇ ਨੇ। ਗੁਰ ਆਸੈ ਨ ਸਕੈ ਪਛਾਨੇ। ਪਰ ਗੁਰੂ ਦੇ ਸਿਧਾਂਤ ਨੂੰ ਗੁਰੂ ਦੇ ਕਰਤੱਵਾਂ ਨੂੰ ਕੋਈ ਜਾਣ ਨਹੀਂ ਸਕਿਆ। ਮੋਹਰਾ ਆਸ ਪਰਵੇਸ਼ ਕਰ ਕੋਸ ਮਹਿ। ਤੇ ਸਾਧ ਸੰਗਤ ਇਸ ਤਰ੍ਹਾਂ ਮਹਾਰਾਜ ਜੀ ਅੰਦਰ ਕਿਰਪਾ ਤੇਰੇ ਜੁਗ ਨੈਣ।
ਤੇ ਤੰਬੂ ਦੇ ਅੰਦਰ ਸੱਚੇ ਪਾਤਸ਼ਾਹ ਗਏ ਨੇ ਬਹੁਤ ਕਿਰਪਾ ਦ੍ਰਿਸ਼ਟੀ ਦੇ ਨਾਲ। ਕਹਿ ਗਏ ਅੰਗ ਲਗਾਏ ਤਿਨ, ਤੇ ਸਾਧ ਸੰਗਤ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪੰਜਾਂ ਨੂੰ ਸਰਜੀਤ ਕੀਤਾ। ਆਖੋ ਸਤਿਨਾਮ। ਮਹਾਰਾਜ ਨੇ ਪੰਜੇ ਸਿੱਖਾਂ ਨੂੰ, ਪੰਜ ਪਿਆਰਿਆਂ ਨੂੰ ਸਰਜੀਤ ਕਰਕੇ ਆਪਣੇ ਅੰਗਾਂ ਦੇ ਨਾਲ, ਤੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਅੰਗਾਂ ਦੇ ਨਾਲ ਲਾਣਾ ਕੀਤਾ। ਸੁਖ ਕਹਿ ਬੈਨ, ਤੇ ਇਸ ਤਰ੍ਹਾਂ ਮਹਾਰਾਜ ਜੀ ਨੇ ਬੜੇ ਸੁੰਦਰ ਸੁਖ ਦੇਣ ਵਾਲੇ ਜਿਹੜੇ ਬਚਨ ਨੇ ਉਹ ਕਹਿਣਾ ਕੀਤੇ। ਮਮ ਸਰੂਪ ਤੁਮ ਅਬ ਭਏ ਹੈ, ਖਾਲਸਾ ਜੀ ਤੁਸੀਂ ਅੱਜ ਤੋਂ ਬਾਅਦ ਸਾਡੇ ਹੀ, ਤੁਸੀਂ ਅੱਜ ਤੋਂ ਬਾਅਦ ਸਾਡਾ ਹੀ ਰੂਪ ਬਣ ਗਏ। ਭਾਤ ਮਹਿ ਸਰੂਪ, ਹਾਂਜੀ, ਹੋ ਭਾਤ ਮਹਿ ਸਰੂਪ, ਤੇ ਮੇਰਾ ਸਰੂਪ ਤੁਹਾਡਾ ਸਰੂਪ ਹੈ, ਤੇ ਤੁਹਾਡਾ ਸਰੂਪ ਮੇਰਾ ਸਰੂਪ ਹੈ। ਬ੍ਰਹਮ ਗਿਆਨ ਦ੍ਰਿੜ੍ਹ ਹੈ, ਇੱਕ ਹੀ ਰੂਪ ਹੋ ਗਏ। ਤੇ ਸਾਧ ਸੰਗਤ ਜੀ ਮਹਾਰਾਜ ਐਸੀਆਂ ਬਖਸ਼ਿਸ਼ਾਂ ਕਰ ਦਿੱਤੀਆਂ, ਬ੍ਰਹਮ ਗਿਆਨ ਸਾਰਾ ਹਿਰਦੇ ਦੇ ਵਿੱਚ ਦ੍ਰਿੜ ਹੋ ਗਿਆ। ਪਦ ਅਤਲੀਨ ਰੂਪ, ਤੇ ਸਾਧ ਸੰਗਤ ਬਹੁਤ ਉਪਮਾ ਤੋਂ ਸਹਿਤ ਧਰਮ ਪ੍ਰਸੰਨ ਭੇ ਪੰਚ, ਮਹਾਰਾਜ ਜੀ ਨੇ ਐਸੀ ਪਦਵੀ ਬਖਸ਼ ਦਿੱਤੀ। ਤੇ ਮਹਾਰਾਜ ਉਹਨਾਂ ਪੰਜੇ ਸਿੱਖਾਂ ਦੇ ਉੱਤੇ ਬਹੁਤ ਪ੍ਰਸੰਨ ਹੋਏ। ਆਸਮਨ ਉਮਾ ਆਏ, ਤੇ ਕਵੀ ਜੀ ਹੁਣ ਇਸ ਤਰ੍ਹਾਂ ਸਾਧ ਸੰਗਤ ਜੀ ਉਪਮਾ ਦੱਸਦੇ ਨੇ। ਪਾਂਚੋ ਪਾਂਡਵ ਪਰਮਹਾਂ, ਜਿਸ ਤਰ੍ਹਾਂ ਪੰਜੇ ਜਿਹੜੇ ਪਾਂਡੂ ਨੇ, ਜਗ ਸ੍ਰੀ ਕ੍ਰਿਸ਼ਨ ਸਹਾਏ, ਜਿਸ ਤਰ੍ਹਾਂ ਪੰਜੇ ਪਾਂਡੂਆਂ ਦੇ ਉਤੇ ਭਗਵਾਨ ਕ੍ਰਿਸ਼ਨ ਜੀ ਸਹਾਏ ਸਨ। ਏਕ ਮੇਕ ਵੈ ਮਿਲਤ ਜਿਮ, ਤੇ ਇੱਕ ਮਿਕ ਉਹਨਾਂ ਨਾਲ ਮਿਲ ਕਰਕੇ ਨਰਿਪਤਿ ਧਿਸ਼ਟਰ ਆਦ, ਤੇ ਫਿਰ ਜਿਹੜਾ ਉਹਨਾਂ ਦੇ ਵਿੱਚੋਂ ਧ੍ਰਿਸ਼ਟ ਰਾਸ਼ਟਰ ਜਿਹੜਾ ਸੀ, ਛਾਠਮ ਰੂਪ ਗੋਬਿੰਦ ਕੇ ਤੇ ਉਹ ਪੰਜ ਪਾਂਡਵਾਂ ਦੇ ਵਿੱਚੋਂ ਫਿਰ ਭਗਵਾਨ ਕ੍ਰਿਸ਼ਨ ਜੀ ਉਹਨਾਂ ਦੇ ਨਾਲ ਛੇਵੇਂ। ਆਡਿਓ ਅਹਲਾਦ, ਤੇ ਇਸ ਤਰ੍ਹਾਂ ਉਹਨਾਂ ਪੰਜਾਂ ਦੇ ਨਾਲ ਮਿਲ ਕਰਕੇ ਛੇਵੇਂ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਪੰਜਾਂ ਦੇ ਹੀ ਰੂਪ ਹਨ। ਆਪਨੰਦ ਬਿਗ ਸੇ ਬਦਨ, ਤੇ ਇਸ ਤਰ੍ਹਾਂ ਮਹਾਰਾਜ ਜੀ ਨੇ ਉਹਨਾਂ ਪੰਜਾਂ ਸਿੱਖਾਂ ਨੂੰ ਤੇ ਬਹੁਤ ਆਨੰਦ ਮਹਾਰਾਜ ਨੇ ਬਖਸ਼ਣਾ ਕੀਤਾ। ਦਇਆ ਸਦਨ ਪਦ ਦੀਨ, ਤੇ ਸਾਧ ਸੰਗਤ ਜੀ ਭਾਈ ਦਇਆ ਰਾਮ ਜੀ ਤੇ ਇਸ ਤਰ੍ਹਾਂ ਬਹੁਤ ਦਇਆ ਦੇ ਘਰ ਬਹੁਤ ਪਦਵੀ ਦੇਣਾ ਕੀਤੀ। ਸੋਧ ਕਰੇ ਆਪਣੇ ਸਤ ਗਿਆਨ, ਤੇ ਸਾਧ ਸੰਗਤ ਜੀ ਇਸ ਤਰ੍ਹਾਂ ਪਰਖ ਕਰਕੇ ਨਾ, ਸੋਧ ਕਰਕੇ, ਤੇ ਮਹਾਰਾਜ ਜੀ ਨੇ ਆਪਣਾ ਹੀ ਰੂਪ ਆਪਣੇ ਦੇ ਬਰਾਬਰ ਇੱਕ ਹੀ ਰੂਪ ਬਣਾ ਕਰਕੇ, ਇੱਕ ਹੀ ਸਰੂਪ ਬਣਾ ਕਰਕੇ ਮਹਾਰਾਜ ਸਾਰਾ ਗਿਆਨ ਬਖਸ਼ਣਾ ਕੀਤਾ। ਗਿਆਨ ਪ੍ਰਵੀਨ ਪ੍ਰਵੀਨ, ਤੇ ਗਿਆਨ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਪੰਜਾਂ ਨੂੰ ਪ੍ਰਵੀਨ ਬਣਾ ਦਿੱਤਾ। ਪਰਵਾਰ ਤੋਏ ਪੰਚ ਤੇ, ਤੇ ਸਾਧ ਸੰਗਤ ਜੀ ਇਸ ਤਰ੍ਹਾਂ ਮਹਾਰਾਜ ਜੀ ਨੇ ਬ੍ਰਹਮ ਗਿਆਨ ਤੇ ਸਾਧ ਸੰਗਤ ਮਹਾਰਾਜ ਨੇ ਬਖਸ਼ ਦਿੱਤਾ। ਮਹਿਰਾਏ ਸੁਖ ਦਾਏ, ਤੇ ਇਸ ਤਰ੍ਹਾਂ ਮਹਾਰਾਜ ਜੀ ਨੇ ਸਾਰੀ ਪਦਵੀਆਂ ਬਖਸ਼ ਕਰਕੇ ਤੇ ਆਪਣਾ ਰੂਪ ਬਖਸ਼ ਕਰਕੇ ਜਦੋਂ ਕਲਗੀਧਰ ਪਾਤਸ਼ਾਹ ਜੀ ਬਾਹਰ ਆਏ, ਸਾਦਰ ਨਿਕਟ ਬਿਠਾਏ ਕਰ, ਤੇ ਕਲਗੀਧਰ ਪਾਤਸ਼ਾਹ ਨੇ ਪੰਜੇ ਸਿੱਖਾਂ ਨੂੰ ਬੜੇ ਸਤਿਕਾਰ ਦੇ ਨਾਲ ਆਪਣੇ ਕੋਲ ਬਿਠਾਣਾ ਕੀਤਾ। ਮਿਲੇ ਪ੍ਰਿਯੰਕ ਦਸਾਏ, ਤੇ ਫਿਰ ਮਹਾਰਾਜ ਜੀ ਆਪ ਪਲੰਘ ਤੇ ਬੈਠ ਕੇ ਸਭਨ ਸੁਨਾਵਨ ਕਾਰਨੇ, ਤੇ ਮਹਾਰਾਜ ਜੀ ਨੇ ਉਸ ਵੇਲੇ ਸਾਰੇ ਸਿੱਖ ਸੰਗਤਾਂ ਦੇ ਵਿੱਚ ਮਹਾਰਾਜ ਜੀ ਬਚਨ ਕਰ ਲੱਗੇ। ਉੱਚੇ ਕੀਨ ਬਖਾਨ, ਤੇ ਉੱਚੀ ਧੁਨ ਦੇ ਵਿੱਚ ਮਹਾਰਾਜ ਜੀ ਕਹਿਣ ਲੱਗੇ। ਰਾਖਿਓ ਸਿੱਖੀ ਬੀਜ ਜਗ, ਤੇ ਸਾਧ ਸੰਗਤ ਮਹਾਰਾਜ ਕਹਿਣ ਲੱਗੇ ਇਹਨਾਂ ਪੰਜੇ ਸਿੱਖਾਂ ਨੇ ਸਿੱਖੀ ਦਾ ਬੀਜ ਰੱਖ ਲਿਆ। ਆਖੋ ਸਤਿਨਾਮ। ਸਿੱਖੀ ਅੱਜ ਇਹਨਾਂ ਪੰਜਾਂ ਤੋਂ ਹੀ ਪ੍ਰਗਟ ਹੋਵੇਗੀ। ਅੰਗਦ ਗੁਰੂ ਸਮਾਨ, ਜਿਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਰੱਖਿਆ ਸੀ। ਸਭ ਸੰਗਤ ਕੋ ਤਾਰਵੇ, ਤੇ ਸਾਧ ਸੰਗਤ ਗੁਰੂ ਅੰਗਦ ਦੇਵ ਮਹਾਰਾਜ ਜੀ ਸਾਰੀ ਸੰਗਤ ਨੂੰ ਤਾਰਨ ਵਾਸਤੇ ਸਮਰੱਥ ਭੇ ਪੰਚ, ਇਹ ਵੀ
ਜਿਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਸਮਰੱਥ ਹੋ ਚੁੱਕੇ ਸਨ, ਇਹ ਪੰਜੇ ਸਿੱਖ ਸਾਡੇ ਇਹ ਵੀ ਹੁਣ ਪੂਰੇ ਸਮਰੱਥ ਹੋ ਗਏ। ਜਾਨੋ ਮੋਹਿ ਸਮਾਨ ਤਿਨ, ਇਹ ਪੰਜੇ ਸਿੱਖ ਇਹ ਮੇਰੇ ਸਮਾਨ ਮੇਰੇ ਬਰਾਬਰ ਹਨ। ਭੇਦ ਰਹਿਓ ਨਹਿ ਰੰਚ, ਇਹਨਾਂ ਦੇ ਵਿੱਚ ਤੇ ਮੇਰੇ ਵਿੱਚ ਤੇ ਇਹਨਾਂ ਦੇ ਵਿੱਚ ਮੇਰੇ ਖਾਲਸੇ ਦੇ ਵਿੱਚ ਰੰਚਕ ਮਾਤਰ ਵੀ ਕੋਈ ਭੇਦ ਨਾ ਜਾਣਿਓ। ਆਓ ਭਾਈ ਸੁਨ ਪਿਕ ਸੰਗਤ ਸਭ ਸਮਾਨੀ, ਤੇ ਇਸ ਤਰ੍ਹਾਂ ਸੁਣ ਕਰਕੇ ਸਾਰੀ ਸੰਗਤ ਸਾਧ ਸੰਗਤ ਬੜੀ ਹੈਰਾਨ ਹੋਈ। ਗੁਰ ਕੀ ਗਤ ਕਿਛ ਜਾਏ ਨਾ ਜਾਣੀ, ਹੁਣ ਸੱਚੇ ਪਾਤਸ਼ਾਹ ਦੇ ਸਾਰੇ ਜਾਣਦੇ ਨੇ ਵੀ ਗੁਰੂ ਸਾਹਿਬ ਜੀ ਦੇ ਕੋਤਕ, ਗੁਰੂ ਸਾਹਿਬ ਦੀ ਗਤ ਜਾਣੀ ਨਹੀਂ ਗਈ ਕਿਸੇ ਕੋਲੋਂ। ਆਖਨ ਕਰਤ ਲਖੇ ਨਹਿ ਕਾਹੂ, ਤੇ ਇਹਦਾ ਸੱਚੇ ਪਾਤਸ਼ਾਹ ਸਿੱਖੀ ਨੂੰ ਪਰਖ ਰਹੇ ਸਨ। ਕਰਮ ਬਿਲੋਕ ਤਰਾਸ ਮਨ ਮਾਹੂ, ਤੇ ਸਾਧ ਸੰਗਤ ਇਸ ਤਰ੍ਹਾਂ ਕਰਮਾਂ ਨੂੰ ਵੇਖ ਕਰਕੇ ਇਸ ਤਾਂ ਮਨ ਦੇ ਵਿੱਚ ਹੀ ਡਰੀ ਗਏ। ਧੰਨ ਧੰਨ ਗੁਰੂ ਅਚਰਜ ਚਰਤਾ, ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜਿਨ੍ਹਾਂ ਨੇ ਬੜਾ ਹੈਰਾਨੀਜਨਕ ਇਕੋਤਕ ਕੀਤਾ। ਉਹ ਲਖ ਸਕੈ ਅਜਕ ਮਤ ਧਰਤਾ, ਤੇ ਸਾਧ ਸੰਗਤ ਕੋਈ ਹੀ ਇਸ ਨੂੰ ਜਾਣ ਸਕਦਾ ਸੀ। ਇਸ ਕੋਤਕ ਨੂੰ ਚੰਗੇ ਭਾਗਾਂ ਵਾਲੇ ਜਿਹੜੇ ਸਾਧ ਸੰਗਤ ਗੁਰਸਿੱਖ ਨੇ ਉਹ ਹੀ ਜਾਣ ਸਕਦੇ ਸਨ। ਤੇ ਮਹਾਰਾਜ ਐਸਾ ਕੋਤਕ ਕੀਤਾ। ਲਘੂ ਵਿਸਾਲ ਸਭ ਸਿੱਖ ਤੁਮਾਰੇ, ਕਹਿਣ ਲੱਗੇ ਮਹਾਰਾਜ ਭਾਵੇਂ ਛੋਟੇ ਨੇ ਭਾਵੇਂ ਵੱਡੇ ਨੇ ਹੈ ਤਾਂ ਤੁਹਾਡੇ ਸਿੱਖ ਨੇ। ਇਹੋ ਕਸੌਟੀ ਕੋ ਸੰਭਾਰੇ, ਤੇ ਫਿਰ ਮਹਾਰਾਜ ਇਹ ਜਿਹੜੀ ਕਸੌਟੀ ਬਖਸ਼ੀ ਹੈ ਤੇ ਆਦਿਕ ਕਹਿ ਕਹਿ ਪਛਤਾਏ, ਤੇ ਸਾਧ ਸੰਗਤ ਕਸੌਟੀ ਕਿਉਂਕਿ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ। ਤੇ ਸਾਧ ਸੰਗਤ ਕਸੌਟੀ ਦੇ ਉੱਤੇ ਜਿਹੜੇ ਝੂਠੇ ਨੇ ਉਹ ਟਿਕ ਨਹੀਂ ਸਕੇ। ਤਿਨ ਪੰਚੋ ਕੋ ਸੀਸ ਨਵਾਏ, ਤੇ ਸਾਧ ਸੰਗਤ ਇਹਨਾਂ ਪੰਜੇ ਸਿੱਖਾਂ ਨੂੰ ਆਪਣਾ ਸੀਸ ਨਿਵਾ ਕਰਕੇ ਸਭ ਕੀ ਰਾਖ ਲੀਨ ਪਤ ਮਹਾ, ਤੇ ਮਹਾਰਾਜ ਕਹਿਣ ਲੱਗੇ ਤੁਸੀਂ ਸਾਰਿਆਂ ਦੀ ਪਤ ਇੱਜ਼ਤ ਰੱਖੀ ਹੈ। ਧੀਰਜ ਉੱਚੋ ਪਦ ਲਹਾ, ਤੇ ਹੁਣ ਤੁਸੀਂ ਜਿਹੜੀ ਉੱਚੀ ਪਦਵੀ ਹੈ ਨਾ ਮਹਾਨ ਪਦਵੀ ਉਹ ਤੁਹਾਨੂੰ ਪ੍ਰਾਪਤ ਹੋ ਗਈ। ਦੋਹਰਾ ਪੁੱਛਕ ਕਾਲ ਦਰਸ਼ਨ ਮਹਾ, ਤੇ ਸਾਧ ਸੰਗਤ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਉੱਚੀ ਪਦਵੀ ਗੁਰਸਿੱਖੀ ਦੀ ਪਦਵੀ ਮਹਾਨ ਪਦਵੀ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਸਿੱਖਾਂ ਨੂੰ ਬਖਸ਼ ਦਿੱਤੀ। ਪੰਜ ਪਿਆਰਿਆਂ ਨੂੰ ਬਖਸ਼ ਕਰਕੇ ਤੇ ਸਾਧ ਸੰਗਤ ਤੇ ਇਸ ਤਰ੍ਹਾਂ ਮਹਾਰਾਜ ਜੀ ਨੇ ਜਦੋਂ ਦਰਸ਼ਨ ਕਰਕੇ ਦੇਤ ਰਹੇ ਸਮੁਦਾਏ, ਤੇ ਸਾਰਿਆਂ ਨੂੰ ਦਰਸ਼ਨ ਦੇ ਕੇ ਉਠੇ ਬਹੁ ਗਮਨੇ ਸਦਨ, ਤੇ ਸਾਧ ਸੰਗਤ ਜੀ ਮਹਾਰਾਜ ਜੀ ਹੁਣ ਉੱਠ ਕਰਕੇ ਚੱਲ ਪਏ ਕਲਗੀਧਰ ਪਾਤਸ਼ਾਹ ਆਪਣੇ ਮਹਿਲਾਂ ਦੇ ਵੱਲ। ਤੇ ਮਹਾਰਾਜ ਜੀ ਨੇ ਪੰਜ ਸਿੱਖਾਂ ਦੀ ਸਾਧ ਸੰਗਤ ਜੀ ਨੂੰ ਪਰਖ ਕੀਤੀ ਹੈ। ਕਿਸ ਤਰ੍ਹਾਂ ਮਹਾਰਾਜ ਨੇ ਇਹਨਾਂ ਪੰਜੇ ਸਿੱਖਾਂ ਨੂੰ ਸਿੱਖੀ ਬਖਸ਼ਣਗੇ, ਅੰਮ੍ਰਿਤ ਤਿਆਰ ਕਰਨਗੇ। ਤੇ ਮਹਾਰਾਜ ਜੀ ਕਿਸ ਤਰ੍ਹਾਂ ਇਹਨਾਂ ਪੰਜਾਂ ਨੂੰ ਮੁਖੀ ਬਣਾ ਕਰਕੇ ਖਾਲਸੇ ਪੰਥ ਨੂੰ ਸਾਜ ਕਰਕੇ, ਕਿਉਂਕਿ ਮਹਾਰਾਜ ਨੇ ਹੁਣ ਪਰਖ ਕੀਤੀ ਹੈ, ਪਰਖ ਕਰਕੇ ਹੁਣ ਖਾਲਸਾ ਪੰਥ ਮਹਾਰਾਜ ਨੇ ਸਾਜਣਾ ਹੈ। ਤੇ ਸਾਧ ਸੰਗਤ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਦੇ ਉੱਤੇ ਬਹੁਤ ਕਿਰਪਾ ਕਰਨਗੇ ਤੇ ਅੰਮ੍ਰਿਤ ਦੀ ਦਾਤ ਮਹਾਰਾਜ ਦੀ ਬਖਸ਼ਣਗੇ। ਐਸਾ ਅੰਮ੍ਰਿਤ ਤੇ ਸਾਧ ਸੰਗਤ ਜੀ ਜਿਸ ਅੰਮ੍ਰਿਤ ਨੂੰ ਸੁਰ ਨਾਰ ਮੂਲ ਜਾਨ ਅੰਮ੍ਰਿਤ ਖੋਜਦੇ। ਤੇ ਸਾਧ ਸੰਗਤ ਬੜੇ ਬੜੇ ਦੇਵਤੇ ਵੀ ਦੈਤ ਵੀ ਜਪੀ ਤਪੀ ਵੀ ਜਿਹੜੇ ਅੰਮ੍ਰਿਤ ਨੂੰ ਮੁਨੀ ਜਨ ਖੋਜਦੇ ਸਨ ਉਹ ਅੰਮ੍ਰਿਤ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਬਖਸ਼ਣਾ ਹੈ। ਤੇ ਸਾਧ ਸੰਗਤ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿਉਂਕਿ ਸਮਾਂ ਤਾਂ ਬਹੁਤ ਜ਼ਿਆਦਾ ਹੋ ਗਿਆ ਹੈ। ਇਸ ਕਰਕੇ ਆਈ ਸੰਗਤ ਦਾ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਗੁਰੂ ਦਾ ਇਤਿਹਾਸ ਬੜਾ ਮਹਾਨ ਹੈ। ਆਪ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਵੀ ਜੋ ਲੜੀਵਾਰ ਇਤਿਹਾਸ ਹੈ ਆਪਾਂ ਨੇ ਆਰੰਭਤਾਈ ਤੋਂ ਸੁਣ ਕਰਕੇ ਤੇ ਸਾਧ ਸੰਗਤ ਦੇ ਇਤਿਹਾਸ ਬੜਾ ਨਿਰੋਲ ਇਤਿਹਾਸ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਦੁਆਰਾ ਹੀ ਇਹ ਸੁਣਨ ਨੂੰ ਪ੍ਰਾਪਤ ਹੁੰਦਾ ਹੈ। ਤੇ ਗੁਰੂ ਸਾਹਿਬ ਜੀ ਕਿਰਪਾ ਕਰਨ
ਤੇ 2 ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਭੁੱਲਾ ਚੁਕਾ ਨੀ ਮਾਫੀ ਜੀ। ਦੋਹਰਾ ਉਛਕ ਕਾਲ ਦਰਸ਼ਨ ਮਹਾ ਦੇਤ ਹੈ ਸਮੁਦਾਏ ਉਠੇ ਬਹੁਤ ਗਮਨੇ ਸਦਨ ਸਿੱਖ ਗਏ ਨਿਜ ਨਿਜ ਖਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਅਰਦਾਸ। ਵਾਹਿਗੁਰੂ ਸਾਹਿਬ ਜੀਓ।
ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ। ਘਰ ਬਾਰਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ ਰਹਾਓ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ ਰਹਾਓ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਧਾਰ ਨਾ ਆਵੈ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।